ਹੈਲੋ ਸਟੂਡੈਂਟਸ, ਮੈਂ ਉਮੀਦ ਕਰਦਾ ਕਿ ਤੁਸੀਂ ਸਭ ਤੰਦਰੁਸਤ ਅਤੇ ਸਿਹਤਮੰਦ ਹੋਵੋਗੇ। ਬੱਚਿਓ, ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮੈਂ ਤੁਹਾਡੇ ਲਈ ਇੱਕ ਨਵੇਂ ਟੌਪਿਕ 'ਤੇ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ। ਮੈਂ VT ਵਿਨੋਦ ਕੁਮਾਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀੜਾ ਹੁਸ਼ਿਆਰਪੁਰ ਵਿਖੇ ਬਤੌਰ ਪ੍ਰਾਈਵੇਟ ਸਿਕਿਉਰਿਟੀ ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਿਹਾ। ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਹੈ ਹਾਤਿਆਂ ਅਤੇ ਜਾਇਦਾਦ ਦੀ ਸੁਰੱਖਿਆ। ਇਹ ਟੌਪਿਕ ਸਾਡੀ ਨਿੱਜੀ ਸੁਰੱਖਿਆ ਦੀ 12ਵੀਂ ਜਮਾਤ ਦੀ ਕਿਤਾਬ ਵਿੱਚੋਂ ਲਿਆ ਗਿਆ ਹੈ। ਇਹ ਯੂਨਿਟ ਨੰਬਰ 1 ਦੇ ਸੈਸ਼ਨ ਨੰਬਰ 1, 2 ਅਤੇ 3 ਦਾ ਭਾਗ ਹੈ। ਇਸ ਵਿੱਚ ਅੱਜ ਅਸੀਂ ਹਾਤਿਆਂ ਅਤੇ ਜਾਇਦਾਦ ਦੀ ਸੁਰੱਖਿਆ ਬਾਰੇ ਜਾਣਕਾਰੀ ਹਾਸਲ ਕਰਾਂਗੇ ਜਾਂ ਇਹਦੇ ਬਾਰੇ ਅਸੀਂ ਪੜ੍ਹਾਂਗੇ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਜਾਂ ਜਾਣ ਪਛਾਣ। ਇਹਦੇ ਵਿੱਚ ਕੀ ਆ, ਕਿਸੇ ਵੀ ਇਮਾਰਤ ਦੇ ਅਦਾਰੇ ਦੀ ਸੁਰੱਖਿਆ ਵਿੱਚ ਕੀ ਸ਼ਾਮਿਲ ਹੈ? ਚੋਰੀ, ਤੋੜ ਫੋੜ, ਸੂਚਨਾ ਅਤੇ ਡਾਟਾ ਆਦਿ ਦੀ ਚੋਰੀ ਨੂੰ ਰੋਕਣਾ। ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਮਾਰਤ ਦੀ ਚਾਰ ਦੀਵਾਰੀ ਦੀ ਬਾਹਰਲੀ ਘੇਰਾਬੰਦੀ ਤੋਂ ਇਲਾਵਾ ਹੱਦ ਦੇ ਅੰਦਰ ਵੀ ਕਈ ਤਰ੍ਹਾਂ ਦੇ ਖਤਰੇ ਮੌਜੂਦ ਹੁੰਦੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਇਸ ਪੱਖ ਤੋਂ ਚਤੰਨੇ ਹੋਈਏ ਅਤੇ ਕੁਝ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਇਸ ਯੂਨਿਟ ਦੇ 6 ਸੈਸ਼ਨ ਹਨ, ਪਰ ਆਪਾਂ ਅੱਜ ਸਿਰਫ ਇਹਦੇ ਪਹਿਲੇ 3 ਸੈਸ਼ਨਾਂ ਬਾਰੇ ਹੀ ਗੱਲ ਕਰਾਂਗੇ ਜਾਂ ਪੜ੍ਹਾਂਗੇ। ਇਹਦੇ ਵਿੱਚ ਸ਼ਾਮਿਲ ਹੈ ਚਾਰ ਦੀਵਾਰੀ ਸੁਰੱਖਿਆ, ਪ੍ਰਵੇਸ਼ ਕੰਟਰੋਲ ਅਤੇ ਤੀਜੇ ਨੰਬਰ 'ਤੇ ਕੀ ਹੈ, ਪਹਿਚਾਣ ਪੱਤਰ ਜਾਂ ਫਿਰ ਪਹਿਚਾਣ ਅਤੇ ਪ੍ਰਵੇਸ਼ ਸੰਬੰਧੀ ਜ਼ਰੂਰੀ ਦਸਤਾਵੇਜ਼। ਅਤੇ ਜੇ ਹੁਣ ਅਸੀਂ ਸਭ ਤੋਂ ਪਹਿਲਾਂ ਆਪਾਂ ਚਾਰ ਦੀਵਾਰੀ ਸੁਰੱਖਿਆ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਉਂਦੀ ਹੈ ਭੌਤਿਕ ਸੁਰੱਖਿਆ ਜਾਂ ਜਿਹਨੂੰ ਅਸੀਂ ਫਿਜ਼ੀਕਲ ਸਿਕਿਉਰਿਟੀ ਵੀ ਕਹਿ ਸਕਦੇ ਹਾਂ। ਦੂਜੇ ਨੰਬਰ 'ਤੇ ਆਉਂਦੀ ਹੈ ਸਿਕਿਉਰਿਟੀ ਲੇਅਰ ਜਾਂ ਸੁਰੱਖਿਆ ਦੀਆਂ ਪਰਤਾਂ। ਹੁਣ ਭੌਤਿਕ ਸੁਰੱਖਿਆ ਉਹਨਾਂ ਸੁਰੱਖਿਆ ਕਦਮਾਂ ਦਾ ਵਰਣਨ ਕਰਦੀ ਆ ਜੋ ਕਿਸੇ ਇਮਾਰਤ, ਸਹੂਲਤ, ਸਰੋਤ ਜਾਂ ਫਿਰ ਕਿਤਿਓਂ ਇਕੱਠੀ ਕੀਤੀ ਹੋਈ ਜਿਹੜੀ ਸੂਚਨਾ ਨੂੰ ਕਿਸੇ ਗੈਰ ਕਾਨੂੰਨੀ ਵਿਅਕਤੀ ਤੋਂ ਸੁਰੱਖਿਆ ਕਰਨ ਲਈ ਉਠਾਏ ਜਾਂਦੇ ਹਨ। ਇਹ ਕਦਮ ਹੁਣ ਆਪਾਂ ਕਿਸ ਤਰ੍ਹਾਂ ਉਠਾ ਸਕਦੇ ਹਾਂ? ਇਹਦੇ ਵਿੱਚ ਦੂਜੇ ਨੰਬਰ ਆ ਜਾਂਦਾ ਸੁਰੱਖਿਆ ਦੀਆਂ ਪਰਤਾਂ ਬਣਾ ਕੇ। ਜਿਵੇਂ ਸੁਰੱਖਿਆ ਦੀਆਂ ਪਰਤਾਂ ਬਣਾ ਕੇ ਕੋਈ ਆਸਾਨੀ ਨਾਲ, ਇਹ ਪਰਤਾਂ ਕਿਉਂ ਬਣਾਈਆਂ ਜਾਂਦੀਆਂ? ਤਾਂ ਕਿ ਕੋਈ ਆਸਾਨੀ ਨਾਲ ਸਾਡੇ ਅਦਾਰਿਆਂ ਦੇ ਵਿੱਚ ਘੁਸਪੈਠ ਨਾ ਕਰ ਸਕੇ, ਨਾ ਐਂਟਰੀ ਕਰ ਸਕੇ। ਸੁਰੱਖਿਆ ਦੀਆਂ ਪਰਤਾਂ ਹਾਤੇ ਦੇ ਆਕਾਰ, ਅੰਦਰੂਨੀ ਅਤੇ ਬਾਹਰੀ ਖੇਤਰ ਦੀਆਂ ਕਿਸਮਾਂ, ਰੂਪ ਰੇਖਾ, ਸਰੋਤਾਂ ਅਤੇ ਸਰੋਤਾਂ ਦੀ ਜਿਹੜੀ ਪ੍ਰਾਪਤੀ ਉਹਨਾਂ 'ਤੇ ਨਿਰਭਰ ਕਰਦੀਆਂ। ਕਿ ਮਤਲਬ ਕੀ ਆ, ਜਿਹੜੀਆਂ ਸੁਰੱਖਿਆ ਦੀਆਂ ਪਰਤਾਂ ਆ ਇਹ ਜਿਹੜੀ ਸਾਡੇ ਕੋਲ ਹੱਦ ਆ ਜਾਂ ਜਿਹੜੀ ਸਾਡੇ ਕੋਲ ਬਿਲਡਿੰਗ ਜਾਂ ਕਹਿ ਲਓ ਜਾਂ ਕੋਈ ਅਦਾਰਾ ਹੋ ਗਿਆ, ਉਹਦੇ ਜਿਹੜੇ ਅੰਦਰ ਬਾਹਰ ਦੇ ਜਿਹੜੇ ਖੇਤਰ ਆ ਉਹ ਕਿੰਨਾ ਕੁ ਵੱਡਾ ਖੇਤਰ ਆ, ਉਹਦੀ ਰੂਪ ਰੇਖਾ 'ਤੇ ਸਾਡੇ ਕੋਲ ਜਿਹੜੀ ਸਰੋਤ ਆ ਬਣਾਉਣ ਵਾਸਤੇ, ਰੁਕਾਵਟਾਂ ਪੈਦਾ ਕਰਨ ਵਾਸਤੇ ਉਹ ਕਿੰਨੇ ਕੁ ਨੇ, ਉਹਨਾਂ 'ਤੇ ਨਿਰਭਰ ਕਰਦੀਆਂ ਨੇ। ਅਤੇ ਇਹਨਾਂ ਨੂੰ ਆਪਾਂ 3D ਵਿਧੀ ਰਾਹੀਂ ਵੀ ਅਸੀਂ ਜਾਣ ਸਕਦੇ ਹਾਂ। 3D ਵਿਧੀ ਮਤਲਬ ਕੀ ਆ? 3 ਵਾਰੀ D। ਪਹਿਲਾ ਡੈਟਰ, ਡਿਟੈਕਟ, ਡਿਲੇ। ਪਹਿਲੇ ਦਾ ਮਤਲਬ ਕੀ ਆ? ਡਰਾ ਧਮਕਾ ਕੇ, ਰੋਕ ਕੇ ਰੱਖਣਾ। ਡੈਟਰ ਇਸ ਤਰ੍ਹਾਂ ਦੀ ਜਿਹੜੀ ਸੁਰੱਖਿਆ, ਜਿਹੜੀ ਕਿ ਸੁਰੱਖਿਆ ਖੇਤਰ ਦੀਆਂ ਸੀਮਾਵਾਂ ਬਾਰੇ ਦੱਸਦੀ ਹੈ। ਇਸ ਨਾਲ ਕੀ ਹੁੰਦਾ ਹੈ ਕਿ ਸੁਰੱਖਿਆ ਆਸਾਨ ਹੋ ਜਾਂਦੀ ਹੈ। ਡਰਾ ਧਮਕਾ ਕੇ ਰੱਖਣਾ, ਲੋਕਾਂ ਨੂੰ ਦੱਸ ਕੇ ਰੱਖਣਾ ਵੀ ਉਹ ਸਾਡਾ ਇਲਾਕਾ ਆ, ਉਹਦੇ 'ਤੇ ਨਹੀਂ ਆਉਣਾ, ਉਸ 'ਤੇ ਇੱਦਾਂ ਦੀ ਪਹਿਰਾਗਿਰੀ ਦਿੱਤੀ ਜਾਂਦੀ ਹੈ। ਕਹਿਣ ਦਾ ਮਤਲਬ ਕੀ ਆ? ਡਰਾ ਧਮਕਾ ਕੇ ਰੋਕ ਕੇ ਰੱਖਣਾ। ਦੂਜੇ ਨੰਬਰ 'ਤੇ ਹੈਗਾ ਡਿਟੈਕਟ, ਲੱਭਣਾ ਜਾਂ ਸੂਹ ਲਾਉਣੀ। ਇਹ ਅਦਾਰੇ ਅੰਦਰ ਕਿਸੇ ਵੀ ਕਾਨੂੰਨੀ ਜਾਂ ਗੈਰ ਕਾਨੂੰਨੀ ਗਤੀਵਿਧੀ ਦਾ ਪਤਾ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਅਤੇ ਤੀਜੇ ਨੰਬਰ 'ਤੇ ਆ ਗਿਆ ਰੋਕ ਕੇ ਰੱਖਣਾ, ਜਾਂ ਫਿਰ ਅਸੀਂ ਡਿਲੇ ਵੀ ਕਹਿ ਸਕਦੇ ਹਾਂ। ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਗੇਟਾਂ ਜਿਹੜੀਆਂ ਰੋਕਾਂ ਲਾਈਆਂ ਜਾਂਦੀਆਂ ਉਹ ਕੀ ਹੈ, ਜਿੱਦਾਂ ਗੇਟ ਹੋ ਗਏ ਜਾਂ ਹੋਰ ਕੋਈ ਰੋਕਾਂ ਲਾਈਆਂ ਜਾਂਦੀਆਂ, ਜੋ ਰੁਕਾਵਟਾਂ ਤਿਆਰ ਕੀਤੀਆਂ ਜਾਂਦੀਆਂ ਜਿਹਦੇ ਵਿੱਚ ਕਿ ਸਾਡਾ ਕੋਈ ਵੀ ਬੰਦਾ ਬਾਹਰੋਂ ਆ ਕੇ ਘੁਸਪੈਠ ਨਾ ਕਰ ਸਕੇ। ਅਤੇ ਜੇ ਹੁਣ ਆਪਾਂ ਸੁਰੱਖਿਆ ਕਰਨ ਲਈ ਵਰਤੀਆਂ ਜਾਣ ਵਾਲੀਆਂ ਰੁਕਾਵਟਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਆਉਂਦਾ? ਸਭ ਤੋਂ ਪਹਿਲਾਂ ਵਾੜ ਜਾਂ ਫਿਰ ਇਹਨੂੰ ਫੈਂਸ ਵੀ ਕਹਿ ਦਿੰਦੇ ਹਾਂ। ਇਹ ਇੱਕ ਆਮ ਹੀ ਵਰਤੀ ਜਾਣ ਵਾਲੀ ਰੁਕਾਵਟ ਹੈ। ਜਿੱਦਾਂ ਅਸੀਂ ਆਮ ਤੌਰ 'ਤੇ ਖੇਤਾਂ ਵਿੱਚ ਵੀ ਦੇਖਿਆ ਹੋਣਾ, ਕਿਤੇ ਪਸ਼ੂਆਂ ਜਾਨਵਰਾਂ ਤੋਂ ਬਚਾਉਣ ਵਾਸਤੇ ਇੱਕ ਵਾੜ ਲਗਾਈ ਦੀ ਆ। ਅਤੇ ਇਹ ਅਕਸਰ ਜਿਹੜੀ ਆ ਕੀ ਆ, ਜਾਂ ਤਾਂ ਕਿਤੇ ਲੱਕੜੀ ਡੰਡੇ ਨਾਲ ਜਾਂ ਧਾਤੂ ਜਿੱਦਾਂ ਐਂਗਲ ਹੋ ਗਿਆ ਉਹਨਾਂ ਦੇ ਨਾਲ ਇਹ ਕੰਡਿਆਲੀ ਤਾਰ ਨੂੰ ਲਪੇਟ ਕੇ, ਕੰਡੇਦਾਰ ਤਾਰ ਨੂੰ ਲਪੇਟ ਕੇ ਜਿਹੜੀ ਵਾੜ ਲਗਾਈ ਜਾਂਦੀ ਹੈ ਉਹਨੂੰ ਅਸੀਂ ਫੈਂਸ ਜਾਂ ਨੋਰਮਲ ਵਾੜ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਕੀ ਆ ਜਾਂਦੀ ਚਾਰ ਦੀਵਾਰੀ,
ਜਿਹੜੀ ਚਾਰ ਦੀਵਾਰੀ ਇੱਕ ਚੰਗੀ ਤਰ੍ਹਾਂ ਬਣਾਈ ਗਈ ਚਾਰ ਦੀਵਾਰੀ ਜਿਹੜੀ ਹੁੰਦੀ ਆ, ਉਹ ਜਿਹੜੀ ਸਾਡੀ ਅਦਾਰਾ ਹੋਇਆ ਜਾਂ ਸਾਡਾ ਕੋਈ ਸੰਸਥਾ ਹੋ ਗਈ ਆ, ਉਹਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਹ ਹੁੰਦੀ ਆ, ਤਾਂ ਕਿ ਕੋਈ ਅੰਦਰੋਂ ਬਾਹਰ ਜਾਂ ਬਾਹਰੋਂ ਅੰਦਰ ਕੋਈ ਦੇਖਣ ਝਾਕਣ ਦਾ ਕੰਮ ਨਾ ਕਰ ਸਕੇ, ਜਾਂ ਜਬਰੀ ਘੁਸਪੈਠ ਨੂੰ ਰੋਕਣ ਦਾ ਜਿਹੜਾ ਕੰਮ ਕਰਦੀ ਹੈ। ਅਤੇ ਅਸੀਂ ਜਿਹੜੀ ਚਾਰ ਦੀਵਾਰੀ ਆ ਇਹਦੇ ਉੱਤੇ ਤਾਰਾਂ ਦੀ ਵਾੜ ਵੀ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਸਵਾਰੀ ਵਾਲੇ ਰਸਤੇ ਜਾਂ ਡਰਾਈਵੇ ਇਹਨੂੰ ਕਹਿ ਦਿੰਦੇ ਹਾਂ। ਇਹ ਕਿਸੇ ਇਮਾਰਤ ਜਾਂ ਅਦਾਰੇ ਦੇ ਅੰਦਰ ਆਉਣ ਜਾਣ ਵਾਲੇ ਉਹ ਰਸਤੇ ਜਾਂ ਗੇਟ ਹੁੰਦਾ ਹੈ ਜਿਸ ਤੋਂ ਕਿ ਅੰਦਰ ਆਉਣ ਜਾਣ ਵਾਲੇ ਲੋਕਾਂ ਅਤੇ ਗੱਡੀਆਂ 'ਤੇ ਨਜ਼ਰ ਰੱਖੀ ਜਾ ਸਕੇ ਜਾਂ ਉਹਨਾਂ ਬਾਰੇ ਪਤਾ ਲਗਾ ਸਕੇ। ਉਸ ਤੋਂ ਅਗਾਂਹ ਆ ਗਿਆ ਮੁੱਖ ਦੁਆਰ, ਜਿਹਨੂੰ ਮੇਨ ਗੇਟ ਕਹਿ ਦਿੰਦੇ। ਇਹ ਉਹ ਸਥਾਨ ਹੁੰਦਾ ਹੈ ਜਿੱਥੋਂ ਕਿ ਅਸੀਂ ਕਿਸੇ ਅਦਾਰੇ ਜਾਂ ਫਿਰ ਅਸੀਂ ਘਰ ਦੀ ਵੀ ਗੱਲ ਕਰ ਲਈਏ, ਘਰ ਦੇ ਅੰਦਰ ਦਾਖਲ ਹੋਈਦਾ ਮੇਨ ਗੇਟ ਤੋਂ, ਜਿਹਨੂੰ ਅਸੀਂ ਗੇਟ ਕਹਿ ਦਿੰਦੇ ਮੁੱਖ ਦੁਆਰ। ਇੱਥੋਂ ਹੀ ਲੋਕਾਂ ਅਤੇ ਗੱਡੀਆਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ ਅਤੇ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਅਦਾਰੇ ਦੀ, ਉਹ ਯਕੀਨੀ ਬਣਾਈ ਜਾਂਦੀ ਹੈ ਜਾਂ ਯਕੀਨੀ ਬਣਾ ਸਕਦੇ ਹਾਂ ਇੱਥੋਂ ਅਸੀਂ। ਇਸ ਤੋਂ ਅਗਾਂਹ ਆ ਗਿਆ ਸਮਾਨ ਵਾਲਾ ਗੇਟ। ਹੁਣ ਜਿਹੜਾ ਸਮਾਨ ਵਾਲਾ ਗੇਟ ਹੈ ਇਹਨੂੰ ਅਸੀਂ ਮਟੀਰੀਅਲ ਗੇਟ ਵੀ ਕਹਿ ਦਿੰਦੇ ਹਾਂ। ਇਹ ਆਮ ਤੌਰ 'ਤੇ ਉਸ ਇਮਾਰਤ ਵਿੱਚ ਲਗਾਏ ਜਾਂਦੇ ਨੇ ਜਿੱਥੇ ਕਾਫੀ ਮਾਤਰਾ ਵਿੱਚ ਸਮਾਨ ਅੰਦਰ ਬਾਹਰ ਆਉਂਦਾ ਹੈ ਜਾਂਦਾ ਹੈ। ਕਿ ਮਤਲਬ ਕੀ ਆ ਕਿ ਕਈ ਜਗ੍ਹਾ 'ਤੇ ਜਿੱਦਾਂ ਬੜੀਆਂ ਫੈਕਟਰੀਆਂ, ਬੜੇ ਅਦਾਰਿਆਂ ਦੇ ਵਿੱਚ ਗੋਦਾਮ ਹੁੰਦੇ ਆ, ਉੱਥੋਂ ਕਈ ਤਰ੍ਹਾਂ ਦੀ ਪ੍ਰੋਡਕਸ਼ਨ ਦੀ ਜਿਹੜਾ ਸਮਾਨ ਆ ਬਾਹਰ ਜਾਂਦਾ ਆ, ਹੈ ਨਾ। ਕੋਈ ਸਮਾਨ ਇੰਪੋਰਟ ਹੁੰਦਾ, ਕੋਈ ਐਕਸਪੋਰਟ ਹੁੰਦਾ ਆ, ਅਤੇ ਇਹ ਉੱਥੇ ਗੇਟ ਲਗਾਏ ਜਾਂਦੇ ਨੇ ਕਿ ਤਾਂ ਕਿ ਅਸੀਂ ਆਸਾਨੀ ਨਾਲ ਗੱਡੀਆਂ ਅਤੇ ਸਮਾਨ ਨੂੰ ਚੈੱਕ ਕਰ ਸਕੀਏ। ਅਤੇ ਜਾਂ ਫਿਰ ਅਦਾਰੇ ਨੂੰ ਖਤਰਿਆਂ ਦੇ ਨੁਕਸਾਨ ਤੋਂ ਬਚਾਉਣ ਲਈ ਵੀ ਇਹ ਜਿਹੜਾ ਗੇਟ ਆ ਸਾਡੇ ਲਈ ਕੰਮ ਕਰਦਾ ਹੈ ਜਾਂ ਸਾਡੇ ਹੈਲਪ ਕਰਦਾ ਹੈ। ਇਸ ਤੋਂ ਬਾਅਦ ਅਗਰ ਗੱਲ ਕਰੀਏ, ਇਸ ਤੋਂ ਬਾਅਦ ਆਉਂਦਾ ਹੈ ਕਿਸੇ ਵੀ ਅਦਾਰੇ ਨੂੰ ਸੁਰੱਖਿਅਤ ਕਰਨ ਲਈ ਵਰਤੇ ਜਾਣ ਵਾਲੇ ਸੁਰੱਖਿਆ ਯੰਤਰ। ਹੁਣ ਕਿਸੇ ਵੀ ਜਿਹੜਾ ਕੋਈ ਅਦਾਰਾ ਜੇ ਉਹਦੇ ਵਾਸਤੇ, ਉਹ ਪਹਿਲਾਂ ਅਸੀਂ ਵਾੜਾਂ ਦੀ ਗੱਲ ਕੀਤੀ ਆ, ਫੈਂਸ ਉਹਦੀ ਗੱਲ ਕੀਤੀ ਆ ਕਿ ਅਸੀਂ ਰੋਕਾਂ ਲਗਾਈਆਂ ਪਰਤਾਂ। ਹੁਣ ਕੀ ਕਰਨਾ, ਉਹ ਤਾਂ ਰੋਕਾਂ ਤਾਂ ਲਗਾਤੀਆਂ, ਉਹਨਾਂ ਰੋਕਾਂ ਤੋਂ ਬਾਅਦ ਵਿੱਚ ਅਸੀਂ ਉਸ ਅਦਾਰੇ ਨੂੰ ਹੋਰ ਸੁਰੱਖਿਅਤ ਕਰਨ ਵਾਸਤੇ ਕੁਛ ਸੁਰੱਖਿਆ ਯੰਤਰ ਜਾਂ ਕੁਛ ਚੀਜ਼ਾਂ ਇਸਤੇਮਾਲ ਕਰੀਦੀਆਂ। ਉਹਦੇ ਬਾਰੇ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਆਬਜ਼ਰਵੇਸ਼ਨ ਟਾਵਰ, ਜਾਂ ਫਿਰ ਇਹਨੂੰ ਕਹਿ ਦਿੰਦੇ ਆ ਨਜ਼ਰਸਾਨੀ ਲਈ ਉਸਾਰੇ ਗਏ ਟਾਵਰ। ਜਿਹੜੇ ਇਹ ਟਾਵਰ ਹੁੰਦੇ ਆ, ਇਹ ਇੱਕ ਸਿੱਧਾ ਅਤੇ ਉੱਚਾ ਜਿਹਾ ਢਾਂਚਾ ਹੁੰਦਾ ਆ, ਅਤੇ ਜਿਹਦੇ ਨਾਲ ਕਿ ਅਦਾਰਿਆਂ ਦੇ ਅੰਦਰ ਬਾਹਰ ਅਤੇ ਇਰਦ ਗਿਰਦ ਨਜ਼ਰਸਾਨੀ ਕੀਤੀ ਜਾ ਸਕੇ ਆਸਾਨੀ ਦੇ ਨਾਲ। ਇਹ ਜਿਹੜਾ ਟਾਵਰ ਹੈ ਸੁਰੱਖਿਆ ਦੀ ਪ੍ਰਬੰਧ ਦੀ ਅੱਖ ਦੇ ਵਜੋਂ ਕੰਮ ਕਰਦਾ। ਜਿੱਦਾਂ ਇੱਕ ਬੰਦੇ ਦੀ ਅੱਖ ਹੁੰਦੀ ਨਾ, ਇੱਦਾਂ ਸੁਰੱਖਿਆ ਦੀ ਅੱਖ ਵਜੋਂ ਟਾਵਰ ਦਾ ਜਿਹੜਾ ਕੰਮ ਆ ਸੁਰੱਖਿਆ ਦੀ ਅੱਖ ਵਰਗਾ ਆ। ਟਾਵਰਾਂ 'ਤੇ ਤੇਜ਼ ਰੋਸ਼ਨੀ, ਮਤਲਬ ਕਿ ਫਲੱਡ ਲਾਈਟਾਂ, ਜੇ ਦੇਖੋ ਤੁਸੀਂ ਪਿਕਚਰ ਵਿੱਚ ਵੀ ਦੇਖ ਰਹੇ ਹੋ, ਲਾਈਟਾਂ ਬੜੀਆਂ ਲੱਗੀਆਂ ਨੇ। ਇਹਨੂੰ ਫਲੱਡ ਲਾਈਟਾਂ ਲਗਾਈਆਂ ਜਾਂਦੀਆਂ ਤਾਂ ਕਿ ਰਾਤ ਦੇ ਟਾਈਮ ਵੀ ਚੰਗੀ ਤਰ੍ਹਾਂ ਧਿਆਨ ਨਾਲ ਚਾਰੇ ਪਾਸੇ ਦੇਖ ਰੇਖ ਕੀਤੀ ਜਾ ਸਕੇ। ਇਹ ਆਮ ਤੌਰ 'ਤੇ ਜੇਲ੍ਹਾਂ ਦੇ ਵਿੱਚ, ਮਹੱਤਵਪੂਰਨ ਸਥਾਨਾਂ 'ਤੇ ਜਾਂ ਫਿਰ ਫੌਜੀ ਛਾਉਣੀਆਂ ਵਿੱਚ ਪਾਏ ਜਾਂਦੇ ਨੇ। ਇਸ ਤੋਂ ਗਾਹਾਂ ਆ ਜਾਂਦਾ ਹੈ ਕੰਡਿਆਲੀ ਤਾਰ ਵਾਲੀ ਵਾੜ। ਇਹ ਵਾੜ ਇੱਕ ਅਜਿਹੀ ਵਿਧੀ ਕਹਿ ਲਓ ਜਾਂ ਫਿਰ ਇੱਕ ਔਜ਼ਾਰ ਕਹਿ ਲਓ ਇਹਨੂੰ, ਕਿ ਜੋ ਬਿਨਾਂ ਇਜਾਜ਼ਤ ਤੋਂ ਅੰਦਰ ਬਾਹਰ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਆ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਜਾਂ ਘੁਸਪੈਠ ਕਰਨ ਵਾਲਾ ਵਿਅਕਤੀ ਹੈ, ਉਸ ਤੋਂ ਸਾਡੀ ਰੱਖਿਆ ਕਰਦੀ ਹੈ। ਵਾੜ ਤੁਸੀਂ ਦੇਖ ਸਕਦੇ ਆ ਇਸ ਪਿਕਚਰ ਦੇ ਵਿੱਚ ਵੀ, ਇਹ ਦੇਖੋ ਐਂਗਲਾਂ ਦੇ ਨਾਲ ਇੱਕ ਤਾਰ ਦੀ ਵਾੜ ਕੀਤੀ ਗਈ ਹੈ, ਉਹਦੇ ਉੱਤੇ ਕੰਡਿਆਲੀ ਤਾਰ ਰੱਖੀ ਗਈ ਆ। ਅਤੇ ਜਿਹੜੀ ਕੰਡਿਆਲੀ ਤਾਰ ਆ ਇਹ ਵੀ ਸਾਨੂੰ ਘੁਸਪੈਠ ਹੋਣ ਤੋਂ ਰੋਕਦੀ ਹੈ। ਇਸ ਤੋਂ ਬਾਅਦ ਵਿੱਚ ਅੱਗੇ ਆਉਂਦਾ ਹੈ ਬਿਜਲੀ ਦੇ ਕਰੰਟ ਵਾਲੀ ਵਾੜ। ਬਿਜਲੀ ਦੀ ਕਰੰਟ ਵਾਲੀ ਵਾੜ ਕੋਈ ਅਲੱਗ ਤੋਂ ਵਾੜ ਨਹੀਂ ਹੁੰਦੀ। ਇਹ ਨੋਰਮਲ ਜਿਹੜੀ ਵਾੜ ਅਸੀਂ ਪਹਿਲਾਂ ਲਗਾਈ ਆ ਜਾਂ ਤਾਰ ਲਾਈ ਆ, ਫੈਂਸ ਲਾਈ ਆ, ਉਹਦੇ ਵਿੱਚ ਹੀ ਕਰੰਟ ਨੂੰ ਛੱਡ ਦਿੱਤਾ ਜਾਂਦਾ, ਕਰੰਟ ਨੂੰ ਫਲੋ ਕਰ ਦਿੱਤਾ ਜਾਂਦਾ ਹੈ, ਤਾਂ ਕਿ ਇਸ ਨੂੰ ਛੂਹਣ ਦੀ ਸੂਰਤ ਵਿੱਚ ਜੋ ਵੀ ਬੰਦਾ ਇਹਨੂੰ ਛੂਹੇ ਜਾਂ ਕੋਈ ਤਾਰ ਕਰੋਸ ਕਰਕੇ, ਵਾੜ ਕਰੋਸ ਕਰਕੇ ਅੰਦਰ ਆਉਣਾ ਚਾਹਵੇ, ਅਤੇ ਉਸ ਨੂੰ ਕਰੰਟ ਲੱਗੇ ਅਤੇ ਜਾਂ ਫਿਰ ਉਹਦੇ ਨਾਲ ਜਾਂ ਕਰੰਟ ਲੱਗ ਜਾਵੇ, ਜਾਂ ਫਿਰ ਉਹਦੀ ਜਿਹੜੀ ਜਬਰੀ ਘੁਸਪੈਠ ਕਰ ਰਿਹਾ ਹੈ ਉਸ ਨੂੰ ਰੋਕਣ ਵਿੱਚ ਇਹ ਸਾਡੇ ਲਈ ਸਹਾਇਕ ਹੁੰਦੀ ਆ। ਕਿ ਇਸ ਨਾਲ ਆਪਾਂ ਕਈ ਤਰ੍ਹਾਂ ਦੇ ਅਲਾਰਮ ਵੀ ਲਗਾ ਸਕਦੇ ਹਾਂ, ਜਿਨ੍ਹਾਂ ਨਾਲ ਸਾਨੂੰ ਟੱਚ ਕਰਦੇ ਹੀ ਪਤਾ ਚੱਲ ਸਕਦਾ ਕਿ ਕੋਈ ਬੰਦਾ ਇਹ ਸਾਡੇ ਇਲਾਕੇ ਵਿੱਚ ਵੜ ਰਿਹਾ, ਘੁਸਪੈਠ ਕਰ ਰਿਹਾ ਹੈ।
ਇਸ ਤੋਂ ਅੱਗੇ ਆ ਗਿਆ ਰੋਕਾਂ ਜਾਂ ਨਾਕੇ। ਰੋਕਾਂ ਨਾਕੇ ਵਿੱਚ ਅਸੀਂ ਗੱਲ ਕਰੀਏ ਤਾਂ ਇਹ ਇੱਕ ਬਾਂਸ ਦਾ ਜਿੱਦਾਂ ਡੰਡਾ ਮੰਨ ਲਓ ਜਾਂ ਇੱਕ ਲੋਹੇ ਦਾ ਪੈਪ ਲੰਬਾ ਲੈ ਲਓ ਅਤੇ ਉਹਦਾ ਇੱਕ ਨਾਕਾ ਦੇ ਤੌਰ 'ਤੇ ਉਹਨੂੰ ਗੱਡ ਲਿਆ ਜਾਂਦਾ ਹੈ ਅਤੇ ਗੱਡੀਆਂ ਨੂੰ ਰੋਕਣ ਦੇ ਕੰਮ ਆਉਂਦਾ ਹੈ। ਇਹ ਜਿਹੜਾ ਨਾਕੇ ਨੂੰ ਅਸੀਂ ਹੱਥ ਨਾਲ ਵੀ ਆਪਰੇਟ ਕਰ ਸਕਦੇ ਹਾਂ, ਬਿਜਲੀ ਨਾਲ ਵੀ ਇਹ ਚਲਾਇਆ ਜਾ ਸਕਦਾ ਹੈ। ਇਹ ਆਮ ਤੌਰ 'ਤੇ ਤੁਸੀਂ ਦੇਖਿਆ ਹੋਣਾ ਟੋਲ ਪਲਾਜ਼ਿਆਂ ਦੇ ਉੱਤੇ ਹੈ ਨਾ, ਜਾਂ ਫਿਰ ਕਈ ਛਾਉਣੀਆਂ ਦੇ ਉੱਤੇ ਗੱਡੀਆਂ, ਜਾਂ ਫਿਰ ਕਿਤੇ ਗੱਡੀਆਂ ਖੜੇ ਕਰਨ ਦਾ ਜਿਹੜਾ ਸਥਾਨ ਹੁੰਦਾ ਉੱਥੇ ਵਰਤਿਆ ਜਾਂਦਾ ਹੈ। ਅਤੇ ਹੋਰ ਵੀ ਕਈ ਮਹੱਤਵਪੂਰਨ ਸਥਾਨਾਂ 'ਤੇ ਇਹਨੂੰ ਅਸੀਂ ਵੇਖ ਸਕਦੇ ਹਾਂ। ਇਸ ਤੋਂ ਗਾਹਾਂ ਅੱਗੇ ਆ ਗਿਆ ਜਬਰੀ ਘੁਸਪੈਠ ਸੰਬੰਧੀ ਸਾਵਧਾਨ ਕਰਨ ਵਾਲੇ ਅਲਾਰਮ। ਇਹਨਾਂ ਜਬਰੀ ਘੁਸਪੈਠ ਜਾਂ ਸ਼ੱਕੀ ਵਿਅਕਤੀਆਂ ਦੇ ਜ਼ਬਰਦਸਤੀ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਜਿਹੜਾ ਸਾਨੂੰ ਕੀ ਆ, ਅਲਾਰਮ ਵਾਲੀਆਂ ਵਾੜਾਂ ਨਾਲ, ਮਤਲਬ ਕਿ ਜਿਹੜੀਆਂ ਵਾੜਾਂ ਕੀਤੀਆਂ ਹੁੰਦੀਆਂ ਚਾਰ ਦੀਵਾਰੀ ਜਾਂ ਵਾੜਾਂ ਕੀਤੀਆਂ, ਉਹਦੇ ਨਾਲ ਕੀ ਆ, ਅਲਾਰਮਾਂ ਨੂੰ ਨਾਲ ਅਲਾਰਮ ਵਾਲੇ ਗੇਟ ਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ ਹੈ ਕਿ ਜੇ ਕੋਈ ਬੰਦਾ ਜ਼ਬਰਦਸਤੀ ਅੰਦਰ ਘੁਸਣ ਦੀ ਕੋਸ਼ਿਸ਼ ਕਰੇ ਜਾਂ ਅੰਦਰ ਆਵੇ ਤਾਂ ਬਾਹਰ ਸਾਨੂੰ ਪਤਾ ਲੱਗ ਸਕੇ। ਇਹ ਆਮ ਤੌਰ 'ਤੇ ਉੱਥੇ ਵਰਤੇ ਜਾਂਦੇ ਜਿੱਥੇ ਜਬਰੀ ਘੁਸਪੈਠ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਜਿਵੇਂ ਕਿ ਦਫ਼ਤਰ ਹੋ ਗਿਆ, ਸਟਰੋਂਗ ਰੂਮ ਹੋ ਗਿਆ, ਹੈ ਨਾ, ਵਿਸ਼ੇਸ਼ ਸੁਰੱਖਿਆ ਵਾਲੇ ਕਮਰੇ ਹੋ ਗਏ, ਬੈਂਕ ਹੋ ਗਏ, ਤਹਿਖਾਨੇ ਹੋ ਗਏ, ਹੈ ਨਾ, ਉੱਚ ਸੁਰੱਖਿਆ ਵਾਲੀਆਂ ਜਗ੍ਹਾ, ਰਿਹਾਇਸ਼ੀ ਇਮਾਰਤ, ਕਾਰਖਾਨੇ, ਅਤੇ ਜਿੱਦਾਂ ਅਜਾਇਬ ਘਰ ਵੀ ਕਹਿ ਸਕਦੇ ਹਾਂ, ਜਿੱਦਾਂ ਉਹਨਾਂ ਵਿੱਚ ਮਿਊਜ਼ੀਅਮ ਵਿੱਚ ਉਹਨਾਂ ਵਿੱਚ ਇਹਨਾਂ ਦੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਆ ਜਬਰੀ ਘੁਸਪੈਠ ਦੇ ਸਾਵਧਾਨੀ ਕਰਨ ਵਾਲੇ ਅਲਾਰਮ ਲਗਾਏ ਜਾਂਦੇ ਨੇ। ਤਾਂ ਇਹ ਸਾਡਾ ਸੈਸ਼ਨ ਸੀਗਾ ਪਹਿਲਾ। ਇਸ ਤੋਂ ਬਾਅਦ ਵਿੱਚ ਅਸੀਂ ਸੈਸ਼ਨ ਨੂੰ ਦੂਜੇ ਸੈਸ਼ਨ ਵੱਲ ਵੱਧਦੇ ਹਾਂ, ਜਿਹਦਾ ਨਾਮ ਹੈ ਐਸੈਸ ਕੰਟਰੋਲ ਸਿਸਟਮ, ਜਾਂ ਇਹਨੂੰ ਅਸੀਂ ਪ੍ਰਵੇਸ਼ ਕੰਟਰੋਲ ਵੀ ਕਹਿੰਦੇ ਹਾਂ। ਅਤੇ ਜਿਵੇਂ ਆਪਾਂ ਚੋਰਾਂ ਜਾਂ ਫਿਰ ਕਹਿ ਲਓ ਕਿ ਚੋਰੀ ਤੋਂ ਬਚਣ ਲਈ ਦਰਵਾਜ਼ਿਆਂ ਨੂੰ ਤਾਲੇ ਲਗਾਉਂਦੇ ਹਾਂ, ਕਿ ਮਤਲਬ ਕਿ ਅਸੀਂ ਪ੍ਰਵੇਸ਼ ਦੁਆਰ ਦੀ ਸੁਰੱਖਿਆ ਲਈ ਕੁਝ ਰੂਪਾਂ ਦੇ ਵਿੱਚ ਜਿਹੜੇ ਯਤਨ ਕਰਦੇ ਹਾਂ, ਠੀਕ ਉਸੇ ਤਰ੍ਹਾਂ ਵੱਡੇ ਅਹਾਤਿਆਂ ਜਾਂ ਇਮਾਰਤਾਂ ਵਿੱਚ ਜਿੱਥੇ ਦਰਸ਼ਕਾਂ ਦੀ ਭਾਰੀ ਗਿਣਤੀ ਵਿੱਚ ਆਉਣ ਜਾਣ ਦਾ, ਜਿਹੜੇ ਉਹਨਾਂ ਦੀ ਭਾਰੀ ਗਿਣਤੀ ਵਿੱਚ ਜਿੱਥੇ ਆਉਂਦੇ ਜਾਂਦੇ ਹਨ, ਉੱਥੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਪ੍ਰਵੇਸ਼ ਦੁਆਰ ਦੀ ਨਜ਼ਰਸਾਨੀ ਕੀਤੀ ਜਾਵੇ ਜਾਂ ਉਹਦੀ ਮਤਲਬ ਉੱਤੇ ਨਜ਼ਰ ਰੱਖੀ ਜਾਵੇ, ਅਤੇ ਲੋਕਾਂ ਦੇ ਆਉਣ ਜਾਣ ਦਾ ਜਿਹੜਾ ਵੇਰਵਾ ਆ ਉਹਨੂੰ ਆਪਣੇ ਕੋਲ ਰੱਖਿਆ ਜਾਵੇ। ਇਸ ਤਰ੍ਹਾਂ ਦੇ ਅਹਾਤਿਆਂ ਜਾਂ ਇਮਾਰਤਾਂ ਵਿੱਚ ਜਿਹੜੇ ਵਰਤੇ ਜਾਣ ਵਾਲੇ ਪ੍ਰਵੇਸ਼ ਸੁਰੱਖਿਆ ਕੰਟਰੋਲ ਬਹੁਤ ਹੀ ਜ਼ਿਆਦਾ ਨਾਜ਼ੁਕ ਅੱਜ ਕੱਲ੍ਹ ਹੋ ਗਏ ਨੇ, ਅਤੇ ਹੁਣ ਸਧਾਰਨ ਤਾਲੇ ਜਿਹੜੇ ਉਹ ਬੇਕਾਰ ਜਿਹੜੇ ਸਾਬਤ ਹੁੰਦੇ ਜਾ ਰਹੇ ਨੇ। ਇਹਨਾਂ ਦੀ ਜਗ੍ਹਾ ਹੁਣ ਕੀ ਆ, ਬਿਜਲਈ ਤਾਲਿਆਂ ਅਤੇ ਨਵੇਂ ਗੈਜਟਸ ਨੇ ਲੈ ਲਈ ਹੈ। ਅਤੇ ਆਓ ਆਪਾਂ ਹੁਣ ਕੁਝ ਆਮ ਤੌਰ 'ਤੇ ਵਰਤੇ ਜਾਣ ਵਾਲੇ ਜਿਹੜੇ ਜਬਰੀ ਘੁਸਪੈਠ ਨੂੰ ਰੋਕਣ ਲਈ ਜਿਹੜੇ ਕੰਮ ਕਰਦੇ ਨੇ, ਅਤੇ ਉਹ ਪ੍ਰਵੇਸ਼ ਕੰਟਰੋਲ ਉਹਨਾਂ ਦੇ ਸਿਸਟਮਾਂ ਦੇ ਬਾਰੇ ਕੁਝ ਜਾਣਕਾਰੀ ਹਾਸਲ ਕਰੀਏ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਆਉਂਦਾ ਹੈ, ਤਾਲੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਆਮ ਤੌਰ 'ਤੇ ਵਰਤਿਆ ਜਾਣ ਵਾਲਾ ਇੱਕ ਪ੍ਰਵੇਸ਼ ਕੰਟਰੋਲ ਯੰਤਰ ਹੈ, ਇਹਨੂੰ ਅਸੀਂ ਆਮ ਤੌਰ 'ਤੇ ਨੋਰਮਲੀ ਵਰਤਦੇ ਹਾਂ। ਇਹ ਤਾਲੇ ਆਮ ਤੌਰ 'ਤੇ ਘਰੇਲੂ ਅਤੇ ਰਿਹਾਇਸ਼ੀ ਸੁਰੱਖਿਆ ਵਾਸਤੇ ਹੁੰਦੇ ਆ। ਇਹ ਸਾਲਾਂ ਬੱਧੀ ਕੰਮ ਕਰਦੇ ਨੇ। ਇਹਦੇ ਵਿੱਚ ਲੀਵਰ ਵਾਲੇ ਤਾਲੇ, ਹੈ ਨਾ, ਅਤੇ ਕੋਡ ਨਾਲ ਖੁੱਲ੍ਹਣ ਵਾਲੇ ਤਾਲੇ, ਜਿਹਦੇ ਕੋਲ ਅੱਜ ਕੱਲ੍ਹ ਆਹ ਦੇਖੋ ਤੁਸੀਂ ਹੱਥ ਨਾਲ ਦੇਖ ਲਓ, ਬੰਦਾ ਕੋਡ ਦਬਾ ਕੇ ਕੋਡ ਦਬਾ ਕੇ ਤਾਲਾ ਖੋਲ੍ਹ ਰਿਹਾ, ਕਿ ਹੱਥ ਨਾਲ ਜੋ ਕੋਡ ਨਾਲ ਖੁੱਲ੍ਹਣ ਵਾਲੇ ਤਾਲੇ, ਬੰਦ ਕੀਤੇ ਜਾਣ ਵਾਲੇ ਤਾਲੇ, ਸੰਪਰਕ ਵਿੱਚ ਇਹਨਾਂ ਦੇ ਬਿਜਲਈ ਤਾਲੇ ਵੀ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ, ਠੀਕ ਹੈ, ਜਾਂ ਸ਼ਾਮਿਲ ਹੋ ਜਾਂਦੇ ਨੇ। ਅਤੇ ਇਸ ਤੋਂ ਅੱਗੇ ਗੱਲ ਕਰੀਏ ਚੁੰਬਕੀ ਕਾਰਡ ਰੀਡਰ ਦੀ। ਚੁੰਬਕੀ ਕਾਰਡ ਰੀਡਰ ਜਾਂ ਇਹਨੂੰ ਫਿਰ ਇਲੈਕਟ੍ਰੋਮੈਗਨੈਟਿਕ ਕਾਰਡ ਰੀਡਰ ਵੀ ਕਹਿ ਸਕਦੇ ਹਾਂ ਆਪਾਂ। ਇਸ ਵਿੱਚ ਚੁੰਬਕੀ ਧਾਰੀਦਾਰ ਪੱਟੀ ਦੇ ਰੂਪ ਵਿੱਚ ਜਿਹੜਾ ਡਾਟਾ ਹੁੰਦਾ ਉਸ ਨੂੰ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਵਜੋਂ ਸਟੋਰ ਕਰ ਲਿਆ ਜਾਂਦਾ ਹੈ ਇਹਦੇ ਵਿੱਚ, ਠੀਕ ਹੈ। ਅਤੇ ਤੁਸੀਂ ਦੇਖਿਆ ਹੋਣਾ ਜਿੱਦਾਂ ਅਸੀਂ ਆਪਣਾ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ATM 'ਚ ਪਾਈਦਾ, ਉਹ ਸਾਡਾ ਡਾਟਾ, ਸਾਡੀ ਬੈਂਕ ਦੀ ਪੂਰੀ ਡਿਟੇਲ ਉਹ ਲੈ ਲੈਂਦਾ। ਉਹ ਤੋਂ ਬਾਅਦ ਵਿੱਚ ਉਹ ਅਸੀਂ ਆਪਣਾ ਉਹਦਾ ਪਿੰਨ ਨੰਬਰ ਦੱਬਦੇ ਹਾਂ ਤਾਂ ਫਿਰ ਸਾਨੂੰ ਉਹ ਜਿੰਨਾ ਕੈਸ਼ ਅਮਾਊਂਟ ਭਰੀ ਦਾ ਉਹ ਕੱਢ ਕੇ ਬਾਹਰ ਦੇ ਦਿੰਦਾ। ਠੀਕ ਉਸੀ ਤਰ੍ਹਾਂ ਜਿਹੜਾ ਬਿਜਲਈ ਚੁੰਬਕੀ ਕਾਰਡ ਰੀਡਰ ਹੁੰਦੇ ਆ, ਇਹਦੇ ਵਿੱਚ ਵੀ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਤਰ੍ਹਾਂ ਇਹ ਕਾਰਡ ਬਣਦੇ ਨੇ। ਉਹਨਾਂ ਵਿੱਚ ਸਾਡਾ ਸਾਰਾ ਡਾਟਾ ਫੀਡ ਹੁੰਦਾ ਹੈ। ਜਦੋਂ ਇਹ ਕਾਰਡ ਨੂੰ ਅਸੀਂ ਸਵਾਈਪ ਕਰਦੇ ਹਾਂ ਜਾਂ ਫਿਰ ਮਸ਼ੀਨ ਵਿੱਚ ਕਾਰਡ ਨੂੰ ਪਾਉਂਦੇ ਹਾਂ, ਅਤੇ ਇਹ ਜਿਹੜਾ ਕਾਰਡ ਰੀਡਰ ਆ ਉਹ ਸਾਡੀ ਡਾਟੇ ਨੂੰ ਰੀਡ ਕਰਕੇ ਆਪਣੇ ਡਾਟੇ ਨਾਲ ਮੈਚ ਕਰ ਲੈਂਦਾ ਹੈ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਇਹਨਾਂ ਦਾ ਜਦੋਂ ਆਪਸ ਵਿੱਚ ਹੀ ਮਿਲਾਨ ਸਹੀ ਹੋ ਜਾਂਦਾ ਤਾਂ ਉਹਦੇ ਬਦਲੇ ਦੇ ਵਿੱਚ ਦਰਵਾਜ਼ਾ ਜਿਹੜਾ ਗੇਟ ਆ
ਉਹ ਆਪਣੇ ਆਪ ਖੁੱਲ੍ਹ ਜਗ ਜਾਂਦਾ ਜਾਂ ਖੁੱਲ੍ਹ ਜਾਂਦਾ ਹੈ, ਭਾਵ ਕਿ ਉਹ ਖੁੱਲ੍ਹਣਾ ਜਾਂ ਬੰਦ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਜਿੰਨੀ ਵਾਰ ਅੰਦਰ ਬਾਹਰ ਜਾਓਗੇ ਆਪਣੇ ਕਾਰਡ ਉਹਦੇ ਵਿੱਚ ਪਾ ਕੇ ਕੋਡ ਦੱਬੋਗੇ, ਆਟੋਮੈਟਿਕਲੀ ਤੁਹਾਡਾ ਜਿਹੜਾ ਡੋਰ ਆ ਖੁੱਲ੍ਹਦਾ ਰਹਿੰਦਾ ਆ। ਪਰ ਇਹਦੀ ਸਭ ਤੋਂ ਵੱਡੀ ਜਿਹੜੀ ਘਾਟ ਆ ਉਹ ਕੀ ਆ ਕਿ ਜਿਹੜੀ ਇਹ ਕਾਰਡ ਦੀ ਮਿਆਦ ਆ ਉਹ ਘੱਟ ਹੁੰਦੀ ਆ। ਔਸਤਨ ਇਸ ਕਾਰਡ ਦੀ ਜਿਹੜੀ ਮਿਆਦ ਹੁੰਦੀ ਆ ਉਹ 18 ਤੋਂ 30 ਮਹੀਨੇ ਤੱਕ ਹੀ ਹੁੰਦੀ ਆ। ਉਸ ਤੋਂ ਬਾਅਦ ਵਿੱਚ ਇਹਨੂੰ ਦੁਬਾਰਾ ਰੀਨਿਊ ਕਰਾਉਣਾ ਪੈਂਦਾ ਹੈ। ਇਹ ਜਿਹੜਾ ਸਿਸਟਮ ਆ ਜ਼ਿਆਦਾ ਕਰਕੇ ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿੱਚ ਹੀ ਵਰਤਿਆ ਜਾਂਦਾ ਹੈ। ਇਸ ਤੋਂ ਅੱਗੇ ਗੱਲ ਕਰੀਏ ਪ੍ਰੋਕਸੀਮੇਟੀ ਕਾਰਡ ਰੀਡਰ, ਜਾਂ ਫਿਰ ਉਹਨੂੰ ਨੇੜਤਾ ਵਾਲੇ ਕਾਰਡ ਰੀਡਰ ਵੀ ਕਹਿ ਸਕਦੇ ਹਾਂ। ਇਹ ਇੱਕ ਵਿਸ਼ੇਸ਼ ਤਕਨੀਕ ਨਾਲ ਲੈਸ ਜਿਹੜਾ ਇਹ ਕਾਰਡ ਰੀਡਰ ਹੈ, ਅਤੇ ਇਹ ਲਗਾਤਾਰ ਰੇਡੀਓ ਤਰੰਗਾਂ ਵਾਲੇ ਸਿਗਨਲ ਜਿਹੜਾ ਛੱਡਦਾ ਦਿੰਦਾ ਰਹਿੰਦਾ ਹੈ, ਜੋ ਕਿ ਕਾਰਡ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਹ ਇੱਕ ਵਿਸ਼ੇਸ਼ ਦੂਰੀ ਤੋਂ ਕਾਰਡ ਦੀਆਂ ਰੇਡੀਓ ਤਰੰਗਾਂ ਦੇ ਸਿਗਨਲ ਦੇ ਤੌਰ 'ਤੇ ਆਪਣੇ ਅੰਦਰ ਸਮਾ ਲੈਂਦਾ ਹੈ। ਮਤਲਬ ਕੀ ਆ, ਇਹ ਜਿਹੜਾ ਕਾਰਡ ਰੀਡਰ ਹੈ ਇਹ ਕੀ ਆ, ਰੇਡੀਓ ਤਰੰਗਾਂ ਦਾ ਲੈਸ ਹੁੰਦਾ ਹੈ। ਇਹ ਰੇਡੀਓ ਤਰੰਗਾਂ ਦੇ ਥਰੂ ਆਪਣੇ ਜਿਹੜਾ ਸਿਗਨਲ ਦਿੰਦਾ ਰਹਿੰਦਾ ਹੈ, ਜਦੋਂ ਕਿ ਦੂਜਾ ਜਿਹੜੇ ਕਾਰਡ ਰੀਡਰ ਆ ਮੋਰੇ ਉਸ ਤਰੰਗਾਂ ਨੂੰ ਕੈਚ ਕਰਕੇ, ਜਾਂ ਕਾਰਡ ਦੇ ਮਾਲਕ ਦੀਆਂ ਜਿਹੜੇ ਉਹਦੇ ਕੋਲ ਕਾਰਡ ਹੁੰਦਾ ਉਹਦੀਆਂ ਤਰੰਗਾਂ ਨੂੰ ਕੈਚ ਕਰਕੇ ਉਹਦੀ ਪਹਿਚਾਣ ਜਿਹੜੀ ਹੈ ਉਹਦੇ ਵਾਲੇ ਪਹਿਚਾਣ ਵਾਲੇ ਜਿਹੜੇ ਕੋਡ ਨੂੰ ਦਿਖਾਉਂਦਾ ਹੈ, ਅਤੇ ਜਿਸ ਨਾਲ ਉਹਦਾ ਮਿਲਾਪ ਕਰਨ ਤੋਂ ਬਾਅਦ ਆਟੋਮੈਟਿਕ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਇਹ ਜਿਹੜੀ ਕਾਰਵਾਈ ਹੈ ਇਹ ਸੈਕਿੰਡਾਂ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਹੋ ਜਾਂਦੀ ਹੈ। ਠੀਕ ਹੈ, ਅਤੇ ਇਸ ਦੀ ਤਕਨੀਕ ਦੀ ਜਿਹੜੀ ਵਰਤੋਂ ਆ ਅੱਜ ਕੱਲ੍ਹ ਸਾਡੇ ਦਿੱਲੀ ਮੈਟਰੋ ਜਿਹੜੀ ਕਾਰਪੋਰੇਸ਼ਨ ਵਿੱਚ ਕੀਤੀ ਜਾ ਰਹੀ ਹੈ ਇਸ ਕਾਰਡ ਅਪਰੋਕਸੀਮੇਟਲੀ ਕਾਰਡ ਰੀਡਰ ਦੀ। ਠੀਕ ਹੈ, ਇਸ ਤੋਂ ਬਾਅਦ ਵਿੱਚ ਆ ਗਏ ਆ ਜੀਵ ਵਿਗਿਆਨਿਕ ਅੰਕੜਾ ਸੰਬੰਧੀ ਸੁਰੱਖਿਆ ਕੰਟਰੋਲ, ਜਾਂ ਫਿਰ ਅਸੀਂ ਇਹਨੂੰ ਕੀ ਕਹਿ ਸਕਦੇ ਹਾਂ, ਬਾਇਓਮੈਟਿਕ ਅਸੈਸ ਕੰਟਰੋਲ ਸਿਸਟਮ। ਹੁਣ ਬਾਇਓਮੈਟਿਕ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੀ ਹੋਏਗਾ ਕਿ ਬਾਇਓਮੈਟਿਕ ਸਿਸਟਮ ਕੀ ਹੁੰਦਾ। ਇਹਨੂੰ ਅਸੀਂ ਪੰਜਾਬੀ ਵਿੱਚ ਕੀ ਕਹਿੰਦੇ ਨੇ, ਜੀਵ ਵਿਗਿਆਨ ਅੰਕੜਾ ਸੰਬੰਧੀ ਸੁਰੱਖਿਆ ਕੰਟਰੋਲ। ਇਹ ਸਿਸਟਮ ਕੀ ਆ, ਵਿਅਕਤੀ ਦੇ ਸਰੀਰ ਦੇ ਵੇਰਵਿਆਂ ਦਾ ਰਿਕਾਰਡ ਰੱਖਦਾ ਹੈ ਅਤੇ ਉਹਨਾਂ ਨੂੰ ਸਟੋਰ ਕਰ ਲੈਂਦਾ ਹੈ। ਜਿਵੇਂ ਕਿ ਉਂਗਲੀਆਂ ਦੇ ਨਿਸ਼ਾਨ ਮੰਨ ਲਓ, ਭਰਵੱਟੇ, ਚਿਹਰਾ, ਅੱਖਾਂ। ਠੀਕ ਹੈ, ਇਹ ਕਾਰਡ ਰੀਡਰ ਵਿਅਕਤੀ ਦੇ ਸਰੀਰ ਦੇ ਅੰਗਾਂ ਦੀ ਵਿਸ਼ੇਸ਼ ਪਹਿਚਾਣ ਦੇ ਨਾਲ ਤੁਲਨਾ ਕਰਦਾ ਹੈ, ਅਤੇ ਜਦੋਂ ਸਰੀਰ ਦੇ ਅੰਗ ਦੇ ਰਿਕਾਰਡ ਜਿਹੜੇ ਆ ਕਾਰਡ ਦੇ ਨਾਲ ਦੇ ਸੰਕੇਤ ਨਾਲ ਮੈਚ ਕਰ ਜਾਂਦੇ ਆ, ਤਾਂ ਜਿਹੜਾ ਕਾਰਡ ਰੀਡਰ ਆ ਨਾ, ਪ੍ਰਵੇਸ਼ ਸੁਰੱਖਿਆ ਕੰਟਰੋਲ ਉਸ ਟਾਈਮ ਜਿਹੜਾ ਕਾਰਡ ਰੀਡਰ ਦਾ ਪ੍ਰਵੇਸ਼ ਸੁਰੱਖਿਆ ਕੰਟਰੋਲ ਹੈ ਉਸ ਟਾਈਮ ਸ਼ੁਰੂ ਹੋ ਜਾਂਦਾ ਹੈ, ਤਾਂ ਕਿ ਜਿਸ ਨਾਲ ਵਿਅਕਤੀ ਅੰਦਰ ਅਤੇ ਬਾਹਰ ਆ ਜਾ ਸਕੇ। ਅਸੀਂ ਦੇਖਿਆ ਹੋਣਾ, ਅਸੀਂ ਕਈ ਜਗ੍ਹਾ 'ਤੇ ਅੱਜ ਕੱਲ੍ਹ ਅਟੈਂਡੈਂਸ ਲਗਾਉਣ ਵਾਸਤੇ ਵੀ, ਹਾਜ਼ਰੀ ਲਗਾਉਣ ਵਾਸਤੇ ਵੀ ਅੱਜ ਕੱਲ੍ਹ ਫਿੰਗਰਪ੍ਰਿੰਟ ਦੇ ਚੱਲ ਪਏ ਨੇ। ਕਈ ਜਗ੍ਹਾ ਆਈ ਸਕੈਨਰ ਹੁੰਦੇ ਨੇ, ਕਈ ਜਗ੍ਹਾ ਦੇਖੋ ਪਿਕਚਰ ਵਿੱਚ ਵੀ ਤੁਹਾਨੂੰ ਦਿਖਾਇਆ ਗਿਆ ਹੈ, ਅਤੇ ਦੇਖੋ ਬੰਦੇ ਦੀ ਸ਼ਕਲ ਹੈ, ਇਹ ਫੇਸ ਸਕੈਨਰ ਆ। ਠੀਕ ਹੈ ਜੀ, ਫਿੰਗਰਪ੍ਰਿੰਟ ਸਕੈਨਰ ਆ। ਇਹਨਾਂ ਕੀ ਆ, ਇਹ ਜਿਹੜੇ ਬਾਇਓਮੈਟਿਕ ਉਹਦੇ ਵਿੱਚ ਜੀਵ ਵਿਗਿਆਨ ਅੰਕੜਾ ਸੰਬੰਧੀ ਸੁਰੱਖਿਆ ਕੰਟਰੋਲ ਵਿੱਚ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ। ਇਸ ਤੋਂ ਅੱਗੇ ਆ ਜਾਂਦਾ ਹੈ ਅਰਲ ਵਾਲੇ ਦਰਵਾਜ਼ੇ, ਅਤੇ ਇਹ ਜਿਹੜਾ ਸਿਸਟਮ ਹੈ ਦੋ ਦਿਸ਼ਾਵਾਂ ਵਿੱਚ ਕੰਮ ਕਰਨ ਦੇ ਜਿਹੜਾ ਯੋਗ ਹੁੰਦਾ ਹੈ। ਇਹਦੇ ਨਾਲ ਕੀ ਆ, ਤਾਲੇ ਨੂੰ ਲਗਾਇਆ ਵੀ ਜਾਂਦਾ ਹੈ ਅਤੇ ਖੋਲ੍ਹਿਆ ਵੀ ਜਾਂਦਾ ਹੈ। ਜਿੱਦਾਂ ਅਰਲ ਅਸੀਂ ਦੇਖਦੇ ਹੀ ਹਾਂ, ਅਰਲ ਬਾਰੇ ਜਾਣਦੇ ਹਾਂ ਅਸੀਂ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਜ ਕੱਲ੍ਹ ਇਹ ਕੀ ਆ, ਕਾਰਡ ਰੀਡਰ ਨਾਲ ਵੀ ਸੰਬੰਧਿਤ ਹੋ ਗਿਆ, ਅਤੇ ਇਹਦੇ ਵਿੱਚ ਕਈ ਕਈ ਜਗ੍ਹਾ 'ਤੇ ਟਾਈਮਰਾਂ ਦੀ ਵੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ। ਅੱਜ ਕੱਲ੍ਹ ਲੇਟੈਸਟ ਜਿਹੜੇ ਅਰਲ ਵਾਲੇ ਜਿਹੜੇ ਚਰਖੜੀ ਜਾਂ ਘੁੰਮਣ ਵਾਲੇ ਦਰਵਾਜ਼ੇ ਜਿਹੜੇ ਹੁੰਦੇ ਨੇ। ਇਸ ਤੋਂ ਅੱਗੇ ਆ ਗਿਆ ਅੰਦਰੂਨੀ ਤਾਲੇ। ਇਹ ਤਾਲੇ ਵਿਸ਼ੇਸ਼ ਇਲਾਕਿਆਂ ਦੇ ਪ੍ਰਵੇਸ਼ ਕੰਟਰੋਲ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਜਿੱਦਾਂ ਮਤਲਬ ਇਹ ਉੱਥੇ ਵਰਤੇ ਜਾਂਦੇ ਜਿੱਦਾਂ ਸੇਫ, ਲੋਕਰ, ਜਿੱਦਾਂ ਬੈਂਕਾਂ ਵਿੱਚ ਹੁੰਦੇ ਆ, ਕੀਮਤੀ ਸਮਾਨ ਵਾਲੇ ਸਟੋਰ ਰੱਖੇ ਹੁਣ, ਉੱਥੇ ਇਹਨਾਂ ਤਾਲਿਆਂ ਦੀ ਅੰਦਰੂਨੀ ਤਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਇਸ ਤੋਂ ਅੱਗੇ ਹੁਣ ਅਸੀਂ ਸੈਸ਼ਨ ਨੰਬਰ 3 ਵੱਲ ਵਧੀਏ। ਇਹਦੇ ਵਿੱਚ ਸਾਡਾ ਕੀ ਆ, ਇਹ ਪਹਿਚਾਣ ਅਤੇ ਅੰਦਰ ਆਉਣ ਸੰਬੰਧੀ ਦਸਤਾਵੇਜ਼ ਤਿਆਰ ਕਰਨਾ, ਜਾਂ ਫਿਰ ਆਇਡੈਂਟੀਟੀ ਐਂਡ ਅਸੈਸ ਡਾਕੂਮੈਂਟੇਸ਼ਨ ਕਹਿ ਸਕਦੇ ਨੇ। ਇਹਦੇ ਵਿੱਚ ਦੋ ਚੀਜ਼ਾਂ ਸ਼ਾਮਿਲ ਨੇ, ਇੱਕ ਤਾਂ ਡਾਕੂਮੈਂਟੇਸ਼ਨ ਦੀ ਗੱਲ ਕੀਤੀ ਗਈ ਹੈ, ਇੱਕ ਆਇਡੈਂਟੀਟੀ ਦੀ ਗੱਲ ਕੀਤੀ ਗਈ ਆ। ਹੁਣ ਸਭ ਤੋਂ ਅਸੀਂ ਇਹਦੇ ਵਿੱਚ ਕੀ ਦੇਖਦੇ ਹਾਂ, ਪਹਿਲਾਂ ਕਿਸੇ ਵੀ ਅਦਾਰੇ, ਇਹਨਾਂ ਬਾਰੇ ਪਹਿਲਾਂ ਅਸੀਂ ਮਾੜੇ ਇੰਟਰੋਡਕਸ਼ਨ ਕਰ ਲੈਂਦੇ ਹਾਂ। ਕਿਸੇ ਵੀ ਅਦਾਰੇ ਜਿਵੇਂ ਕਿ ਰੇਲਵੇ ਸਟੇਸ਼ਨ, ਆਵਾਜਾਈ ਕਹਿਤਾ, ਰੇਲਵੇ ਸਟੇਸ਼ਨ, ਹਵਾਈ ਅੱਡਾ, ਸਕੂਲ, ਹਸਪਤਾਲ, ਹੋਟਲ, ਮੌਲ, ਕਾਰਖਾਨਾ, ਕੁਛ ਵੀ ਹੋ ਸਕਦਾ, ਜਾਂ ਵੱਡੀਆਂ ਦੁਕਾਨਾਂ, ਬਹੁਤ ਸਾਰੇ ਜਿੱਥੇ ਵਿਅਕਤੀ ਆਉਂਦੇ ਜਾਂਦੇ ਹਨ,
ਇਹ ਵਿਅਕਤੀ ਉੱਥੇ ਜਿਹੜੇ ਆਉਂਦੇ ਜਾਂਦੇ ਨੇ, ਉੱਥੇ ਕਰਮਚਾਰੀ ਕੰਮ ਕਰਦੇ ਆ, ਉੱਥੇ ਲਈ ਇਹ ਬਹੁਤ ਮਹੱਤਵਪੂਰਨ ਹੁੰਦੇ ਹਨ। ਇੱਥੇ ਪ੍ਰਵੇਸ਼ ਕੰਟਰੋਲ ਕਰਨ ਲਈ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਦਾ ਕੋਈ ਰੂਪ ਲਾਗੂ ਕਰਨਾ ਪੈਂਦਾ ਹੈ ਕਿ ਇਹ ਬੰਦੇ ਦਾ ਹਮੇਸ਼ਾ ਅਪ ਡਾਊਨ ਰੋਜ਼ ਆਉਂਦੇ ਜਾਂਦੇ ਨੇ, ਅਤੇ ਉਸ ਟਾਈਮ ਦੀ ਫਿਰ ਵੀ ਪ੍ਰਵੇਸ਼ ਕੰਟਰੋਲ ਦੀ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਥੇ ਕੀ ਆ, ਕੋਈ ਇੱਕ ਰੂਲ ਲਾਗੂ ਕਰਨਾ ਪੈਂਦਾ ਤਾਂ ਕਿ ਲੋਕਾਂ ਅਤੇ ਜਾਇਦਾਦਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸ ਲਈ ਸੰਬੰਧਿਤ ਲੋਕਾਂ, ਗੱਡੀਆਂ ਅਤੇ ਸਮਾਨ ਦੇ ਅੰਦਰ ਆਉਣ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਕੰਟਰੋਲ ਕਰਨ ਲਈ ਕੁਝ ਰੋਕਾਂ ਅਤੇ ਪ੍ਰਵੇਸ਼ ਪੱਤਰ ਜਾਂ ਫਿਰ ਇਹਨੂੰ ਪਾਸ ਕਹਿ ਦਿੰਦੇ ਨੇ, ਇਹ ਵਾਲਾ ਸਿਸਟਮ ਜਿਹੜਾ ਉੱਥੇ ਲਾਗੂ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਸ਼ਾਮਿਲ ਕੀ ਹੈ। ਸਭ ਤੋਂ ਪਹਿਲਾਂ ਕਰਮਚਾਰੀ ਦਾ ਪਹਿਚਾਣ ਪੱਤਰ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜਾਂ ਫਿਰ ਇਹਨੂੰ ਅੰਗਰੇਜ਼ੀ ਵਿੱਚ ਇੰਪਲੋਈ ਆਇਡੈਂਟੀ ਕਾਰਡ ਵੀ ਕਹਿ ਸਕਦੇ ਹਾਂ, ਆਈ ਕਾਰਡ। ਅਤੇ ਹਰੇਕ ਅਦਾਰੇ ਵਿੱਚ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਹੁੰਦੇ ਨੇ ਅਤੇ ਉਹਨਾਂ ਨੂੰ ਇੱਕ ਪਹਿਚਾਣ ਪੱਤਰ ਜਾਰੀ ਕੀਤਾ ਜਾਂਦਾ ਹੈ ਜਾਂ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਕੀ ਆ, ਕਰਮਚਾਰੀ ਦਾ ਨਾਂ, ਪਤਾ, ਜਨਮ ਤਰੀਕ, ਅਹੁਦਾ, ਪਹਿਚਾਣ ਚਿੰਨ੍ਹ ਅਤੇ ਕਰਮਚਾਰੀ ਦੇ ਪਹਿਚਾਣ ਪੱਤਰ ਦੀ ਜਿਹੜੀ ਮਿਆਦ ਆ ਉਹ ਵੀ ਉਹਦੇ ਵਿੱਚ, ਜਾਂ ਤਰੀਕ ਉਹਦੇ ਮਿਆਦ ਜਿਹੜੀ ਉਹ ਲਿਖੀ ਹੁੰਦੀ ਜਾਂ ਉਹਦੇ ਖਤਮ ਹੋਣ ਦੀ ਤਰੀਕ ਦਰਜ ਹੁੰਦੀ ਆ। ਜਿਹੜਾ ਇਹ ਦਸਤਾਵੇਜ਼ ਹੈ, ਇਹ ਜਿਹੜਾ ਬੰਦਾ ਰੱਖਦਾ ਆ, ਉਹਦੀ ਆਪਣੀ ਇਹ ਪਹਿਚਾਣ ਦੇ ਤੌਰ 'ਤੇ ਕੰਮ ਕਰਦਾ ਹੈ ਜਾਂ ਉਹਲੇ ਵਰਤਿਆ ਜਾਂਦਾ, ਜਿਹਨੂੰ ਅਸੀਂ ਆਇਡੈਂਟੀ ਕਾਰਡ ਵੀ ਕਹਿ ਦਿੰਦੇ ਹਾਂ ਜਾਂ ਪਹਿਚਾਣ ਪੱਤਰ ਵੀ ਕਹਿ ਦਿੰਦੇ ਹਾਂ। ਸਕੂਲਾਂ ਵਿੱਚ ਵੀ ਹੈ, ਤੁਹਾਡੇ ਆਇਡੈਂਟੀ ਕਾਰਡ ਬੱਚਿਆਂ ਦੇ ਬਣੇ ਹੋਏ ਨੇ, ਉਹ ਸਾਰਾ ਡਾਟਾ ਉਹਦੇ ਵਿੱਚ ਫੀਡ ਹੈ। ਇਸੇ ਤਰ੍ਹਾਂ ਹਰੇਕ ਕਰਮਚਾਰੀ ਦਾ ਜੋ ਇੰਪਲੋਈ ਆ, ਕਿਤੇ ਕੰਮ ਕਰਦੇ ਨੇ ਫੈਕਟਰੀਆਂ, ਅਦਾਰਿਆਂ ਵਿੱਚ, ਉਹਨਾਂ ਦੇ ਆਈ ਕਾਰਡ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ। ਉਸ ਤੋਂ ਬਾਅਦ ਵਿੱਚ ਦੂਜੇ ਨੰਬਰ 'ਤੇ ਆ ਗਿਆ ਕਰਮਚਾਰੀ ਦੀ ਅਰਜੀ ਪ੍ਰਵੇਸ਼ ਆਗਿਆ ਪੱਤਰ। ਅਰਜੀ ਮਤਲਬ ਕਹਿ ਦਿੰਦੇ ਟੈਂਪਰੇਰੀ, ਹੈ ਨਾ, ਇਹਨੂੰ ਅਸੀਂ ਕਹਿ ਦਿੰਦੇ ਹਾਂ ਟੈਂਪਰਰੀ ਇੰਪਲਾਈਜ਼ ਐਂਟਰੀ ਪਾਸ ਵੀ ਕਹਿ ਦਿੰਦੇ ਹਾਂ। ਅਰਜੀ ਤੌਰ 'ਤੇ ਮਤਲਬ ਕੀ ਹੈ, ਜਿਹੜੇ ਅਰਜੀ ਤੌਰ 'ਤੇ ਟੈਂਪਰੇਰੀ ਤੌਰ 'ਤੇ ਜਿਹੜੇ ਕੁਛ ਅਦਾਰੇ ਦੇ ਵਿੱਚ ਬੰਦੇ ਨੌਕਰੀ ਕਰਦੇ ਨੇ, ਨੌਕਰੀ ਕਰਦੇ ਨੇ ਕਰਮਚਾਰੀ, ਉਹਨਾਂ ਨੂੰ ਵੀ ਇੱਕ ਆਗਿਆ ਪੱਤਰ ਜਾਂ ਸੁਰੱਖਿਆ ਪਾਸ ਉਹਨਾਂ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਉਹ ਅਦਾਰੇ ਅੰਦਰ ਦਾਖਲ ਹੋ ਸਕਣ ਅਤੇ ਉਹਨਾਂ ਦੀਆਂ ਉਹ ਜਿਹੜੇ ਪਾਸ ਆ ਉਹਨਾਂ ਚਿਰ ਹੀ ਕੰਮ ਕਰਦੇ ਨੇ ਜਦੋਂ ਤੱਕ ਉਹਨਾਂ ਦੇ ਕੰਮ ਦੀਆਂ ਸ਼ਰਤਾਂ ਖਤਮ ਨਹੀਂ ਹੁੰਦੀਆਂ। ਮਤਲਬ ਕੀ ਆ, ਉਹਨਾਂ ਦੀ ਸ਼ਰਤ ਰੱਖੀ ਹੁੰਦੀ ਵੀ ਇੰਨੇ ਚਿਰ ਵਾਸਤੇ ਤੁਹਾਡਾ ਪਾਸ ਬਣਾਏਗਾ, ਤੁਹਾਡਾ ਕੰਮ ਖਤਮ ਅਤੇ ਤੁਹਾਡਾ ਇਹ ਪਾਸ ਖਤਮ ਹੋ ਜਾਏਗਾ, ਖਤਮ ਨਹੀਂ ਹੋ ਜਾਵੇਗਾ, ਜਾਂ ਫਿਰ ਉਸ ਤੋਂ ਬਾਅਦ ਇਹ ਪਾਸ ਤੁਹਾਡਾ ਜਮ੍ਹਾਂ ਕਰ ਲਿਆ ਜਾਏਗਾ, ਵਾਪਸ ਲੈ ਲਿਆ ਜਾਵੇਗਾ, ਤਾਂ ਕਿ ਉਹਦਾ ਦੁਬਾਰਾ ਤੋਂ ਕੋਈ ਗਲਤ ਇਸਤੇਮਾਲ ਨਾ ਕਰ ਸਕੇ। ਇਹਨਾਂ ਦੀ ਜਿਹੜੀ ਮਿਆਦ ਆਮ ਤੌਰ 'ਤੇ ਛੋਟੀ ਹੁੰਦੀ ਹੈ, ਥੋੜ੍ਹੀ ਹੁੰਦੀ ਹੈ। ਜਿਹੜੇ ਟੈਂਪਰੇਰੀ ਜਿਹੜੇ ਇੰਪਲੋਈ ਆ ਉਹਨਾਂ ਨੂੰ ਐਂਟਰੀ ਪਾਸ ਜਿਹੜਾ ਦਿੱਤਾ ਜਾਂਦਾ। ਇਸ ਤੋਂ ਬਾਅਦ ਵਿੱਚ ਆ ਗਿਆ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਫੋਟੋ ਵਾਲੇ ਪਾਸ। ਹੁਣ ਜਿਹੜਾ ਇਹ ਵੀ ਸੇਮ ਤਕਰੀਬਨ ਉੱਪਰ ਨਾਲ ਮਿਲਦਾ ਜੁਲਦਾ, ਪਰ ਇਹਦੇ 'ਚ ਸਿਰਫ ਇੱਕ ਚੀਜ਼ ਅਲੱਗ ਤੋਂ ਆ ਕਿ ਕਿਸੇ ਵੀ ਸੰਸਥਾ ਵਿੱਚ ਠੇਕੇ 'ਤੇ ਰੱਖੇ ਗਏ ਮੁਲਾਜ਼ਮਾਂ ਨੂੰ ਇਹ ਪਾਸ ਉਦੋਂ ਦਿੱਤੇ ਜਾਂਦੇ ਆ ਨਾ ਜਦੋਂ ਪਾਸ ਉਦੋਂ ਦਿੱਤੇ ਜਾਂਦੇ ਹਨ ਅਤੇ ਜਦੋਂ ਪਹਿਲਾਂ ਠੇਕੇਦਾਰ ਕੀ ਕਰਦਾ ਆ, ਇਹ ਪਾਸ ਜਦੋਂ ਸੰਸਥਾ ਦੇ ਕੋਲੋਂ ਲੈ ਕੇ ਕਰਮਚਾਰੀ ਨੂੰ ਦਿੰਦਾ ਹੈ, ਉਸ ਤੋਂ ਪਹਿਲਾਂ ਇਹ ਆਪਣੇ ਜਿਹੜੇ ਕਰਮਚਾਰੀ ਉੱਥੇ ਠੇਕੇ 'ਤੇ ਉਹਦੇ ਅੰਡਰ ਕੰਮ ਕਰਨਾ ਹੁੰਦਾ ਹੈ, ਉਹਦਾ ਪੂਰੀ ਡਾਟੇ ਦੀ ਜਿਹੜੀ ਪੜਤਾਲ ਆ, ਉਹਦੀ ਪੜਤਾਲ ਦੀ ਰਿਪੋਰਟ ਆ ਪੁਲਿਸ ਨੂੰ ਕੋਲ ਜਮ੍ਹਾਂ ਕਰਾਉਂਦਾ ਹੈ। ਅਤੇ ਫਿਰ ਉਹ ਤੋਂ ਬਾਅਦ ਵਿੱਚ ਜਦੋਂ ਪੁਲਿਸ ਪੜਤਾਲ ਕਰ ਲੈਂਦੀ ਹੈ ਜਾਂ ਉਹਦੇ ਡਾਟਾ ਨੂੰ ਆਪਣੇ ਕੋਲ ਨੋਟ ਕਰ ਲੈਂਦੀ ਹੈ, ਉਸ ਤੋਂ ਬਾਅਦ ਉਹ ਰਿਪੋਰਟ ਨੂੰ ਲੈ ਕੇ ਤਾਂ ਕਰਮਚਾਰੀ ਦਾ ਜਿਹੜਾ ਚਰਿੱਤਰ ਵਾਲਾ ਸਰਟੀਫਿਕੇਟ, ਜਿਹਨੂੰ ਅਸੀਂ ਕਰੈਕਟਰ ਸਰਟੀਫਿਕੇਟ ਕਹਿ ਦਿੰਦੇ ਹਾਂ, ਉਹ ਲੈ ਕੇ ਦੁਬਾਰਾ ਕੀ ਆ ਜਾਂ ਪੁਲਿਸ ਦੀ ਰਿਪੋਰਟ ਕਰੈਕਟਰ ਸਰਟੀਫਿਕੇਟ ਨੂੰ ਨਾਲ ਲੈ ਕੇ ਸੁਰੱਖਿਆ ਵਿਭਾਗ, ਜਿਹੜਾ ਅਦਾਰੇ ਦਾ ਸੁਰੱਖਿਆ ਵਿਭਾਗ ਆ, ਉੱਥੇ ਉਹਨੂੰ ਇਹ ਜਮ੍ਹਾਂ ਕਰਾਉਣਾ ਪੈਂਦਾ ਹੈ। ਉਸ ਤੋਂ ਬਾਅਦ ਵਿੱਚ ਹੀ ਠੇਕੇ ਦੇ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਆ, ਉਹਨਾਂ ਨੂੰ ਫੋਟੋ ਵਾਲੇ ਪਾਸ ਜਿਹੜੇ ਆ ਜਾਰੀ ਕੀਤੇ ਜਾਂਦੇ ਨੇ ਅਤੇ ਉਨਾ ਚਿਰ ਹੁੰਦੇ ਨੇ ਜਿੰਨਾ ਤੱਕ ਤੁਹਾਡਾ ਕੰਮ, ਇਹਦੀ ਜ਼ਿੰਮੇਵਾਰੀ ਜਿਹੜੀ ਹੈ ਸਾਰੀ ਠੇਕੇਦਾਰ ਦੀ ਹੁੰਦੀ ਹੈ, ਜਿਹੜੇ ਅੰਡਰ ਇਹ ਬੰਦੇ ਕੰਮ ਕਰਦੇ ਨੇ। ਉਸ ਤੋਂ ਬਾਅਦ ਵਿੱਚ ਆ ਗਿਆ ਮਿਲਣ ਲਈ ਆਉਣ ਵਾਲੇ ਦਾ ਪਾਸ। ਹੁਣ ਅਸੀਂ ਇਹਨੂੰ ਵਿਜ਼ਟਰ ਪਾਸ ਵੀ ਕਹਿ ਸਕਦੇ ਹਾਂ ਜਾਂ ਇਹਨੂੰ ਦਰਸ਼ਕ ਆਗਿਆ ਪੱਤਰ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਅਤੇ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੇ ਕੋਈ ਵਿਜ਼ਟਰ ਕਿਸੇ ਕੰਪਨੀ ਵਿੱਚ, ਕਿਸੇ ਅਦਾਰੇ ਵਿੱਚ ਕਿਸੇ ਨੂੰ ਮਿਲਣ ਵਾਸਤੇ ਆਉਂਦਾ ਆ ਅਤੇ ਉਸ ਨੂੰ ਇੱਕ ਟੈਂਪਰੇਰੀ ਤੌਰ 'ਤੇ ਕੁਛ ਸਮੇਂ ਲਈ ਪਾਸ ਲਾਗੂ ਕੀਤਾ ਜਾਂਦਾ ਤਾਂ ਕਿ ਉਹਨੂੰ ਰਾਤ ਵਿੱਚ ਹਰ ਜਗ੍ਹਾ ਉਹਦੀ ਪੁੱਛ ਪੜਤਾਲ ਨਾ ਹੋਵੇ ਬਾਰ-ਬਾਰ। ਅਤੇ ਦੂਜੇ ਨੰਬਰ 'ਤੇ ਲੇਕਿਨ ਇਹ ਪਾਸ ਉਹਨੂੰ ਉਦੋਂ ਜਾਰੀ ਕੀਤਾ ਜਾਂਦਾ, ਸਭ ਤੋਂ ਪਹਿਲਾਂ ਉਹਦੀ ਪੂਰੀ ਜਾਣਕਾਰੀ ਦਾ ਰਿਕਾਰਡ ਆਪਣੇ ਕੋਲ ਲਿਆ ਜਾਂਦਾ ਹੈ ਵੀ ਤੁਹਾਡਾ ਉਹਦਾ ਨਾਮ, ਕਿੱਥੋਂ ਆਇਆ ਹੈ, ਮੋਬਾਈਲ ਨੰਬਰ, ਕਿਸ ਨੂੰ ਮਿਲਣਾ ਹੈ, ਜਿਸ ਨੂੰ ਮਿਲਣਾ ਹੈ ਉਹਨੂੰ ਵੀ ਅੱਗੇ ਫ਼ੋਨ ਕਰਕੇ ਦੱਸਿਆ ਜਾਂਦਾ ਹੈ। ਅਤੇ ਤਾਂ ਕਿ ਉਹਨੂੰ ਜੇ ਉਸਨੇ ਕਿਸੇ ਆਫਿਸ ਵਿੱਚ ਜਾਣਾ ਤਾਂ ਉਸ ਆਫਿਸ ਦਾ ਰਸਤਾ ਵੀ ਉਹਨੂੰ ਦੱਸਿਆ ਜਾਂਦਾ ਤਾਂ ਕਿ ਫਜ਼ੂਲ ਵਿੱਚ ਇੱਧਰ ਉੱਧਰ ਉਹ ਘੁੰਮਣ ਤੋਂ ਬਚ ਸਕੇ।
ਤੇ ਹੋ ਸਕੇ ਤੇ ਉਹਦੇ ਨਾਲ ਕੋਈ ਸੁਰੱਖਿਆ ਕਰਮਚਾਰੀ ਵੀ ਨਾਲ ਭੇਜ ਦਿੱਤਾ ਜਾਂਦਾ ਹੈ। ਠੀਕ ਆ ਜੀ। ਤੇ ਇਹ ਹੁੰਦਾ ਜਿਹੜਾ ਸਾਡਾ ਕੀ ਆ ਮਿਲਣ ਵਾਲੇ ਲਈ ਆਉਣ ਵਾਲੇ ਜਿਹੜੇ ਮਿਲਣ ਆਉਂਦੇ ਦਰਸ਼ਕ ਉਹਨਾਂ ਲਈ ਜਿਹੜਾ ਵਿਜ਼ਟਰ ਪਾਸ ਆ ਉਹਨਾਂ ਨੂੰ ਦਿੱਤਾ ਜਾਂਦਾ ਹੈ। ਤੇ ਜਦੋਂ ਇਹ ਵਿਜ਼ਿਟ ਕਰਕੇ ਚਲੇ ਜਾਂਦੇ ਨੇ ਤੇ ਦੁਬਾਰਾ ਉਹ ਪਾਸ ਗੇਟ ਤੇ ਦੁਬਾਰਾ ਵਾਪਸ ਜਮ੍ਹਾਂ ਕਰ ਲਿਆ ਜਾਂਦਾ ਹੈ। ਇਸ ਤੋਂ ਅੱਗੇ ਆ ਗਿਆ ਗੱਡੀਆਂ ਦੇ ਪਾਸ। ਗੱਡੀਆਂ ਦੇ ਪਾਸ ਵਹੀਕਲ ਨੂੰ ਵੀ ਇੱਕ ਪਾਸ ਜਾਰੀ ਕੀਤਾ ਜਾਂਦਾ, ਜਾਂ ਫਿਰ ਅਸੀਂ ਕਹਿ ਲਈਏ ਮੁਲਾਜ਼ਮਾਂ ਦੀਆਂ ਗੱਡੀਆਂ ਵਾਲਾ ਪਾਸ, ਜੋ ਕਿ ਜਿਹੜੇ ਮੁਲਾਜ਼ਮ ਉੱਥੇ ਕੰਮ ਕਰਦੇ ਆ ਰੋਜ਼ ਗੱਡੀਆਂ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਰੋਜ਼ ਚੈਕਿੰਗ ਕਰਨ ਦੀ ਜਿਹੜੀ ਪਰੇਸ਼ਾਨੀ ਤੋਂ ਬਚਣ ਵਾਸਤੇ ਜਾਂ ਟਾਈਮ ਦੀ ਬੱਚਤ ਕਰਨ ਲਈ ਇਹਨਾਂ ਗੱਡੀਆਂ ਵਾਸਤੇ ਵੀ ਇੱਕ ਪਾਸ ਲਾਗੂ ਕਰ ਦਿੱਤਾ ਜਾਂਦਾ। ਪਰ ਇਹ ਪਾਸ ਉਹਨਾਂ ਨੂੰ ਤਦੀ ਲਾਗੂ ਕੀਤਾ ਜਾਂਦਾ ਹੈ, ਪਹਿਲਾਂ ਉਹਨਾਂ ਦਾ ਡਰਾਈਵਿੰਗ ਲਾਇਸੈਂਸ, ਉਹਨਾਂ ਦੀ RC ਅਤੇ ਜਿਹੜੀ ਉਹਨਾਂ ਦੀ ਬੀਮਾ ਜਾਂ ਉਹਨੂੰ ਇੰਸ਼ੋਰੈਂਸ ਕਹਿ ਦਿੰਦੇ ਆ, ਇਹਦੇ ਸੰਬੰਧੀ ਜਿਹੜੇ ਸਾਰੇ ਕਾਗਜ਼ਾਤ ਆ ਉਹ ਪਹਿਲਾਂ ਉਹਨਾਂ ਨੂੰ ਉੱਥੇ ਆਪਣੇ ਜਿਹੜੇ ਸੁਰੱਖਿਆ ਰੂਮ ਦੇ ਵਿੱਚ ਦਿਖਾਉਣੇ ਪੈਂਦੇ ਨੇ। ਇਸ ਤੋਂ ਬਾਅਦ ਵਿੱਚ ਵੀ ਇਹਨਾਂ ਨੂੰ ਇੱਕ ਪਾਸ ਲਾਗੂ ਕੀਤਾ ਜਾਂਦਾ ਹੈ। ਪਾਸ ਇੱਕ ਸਟਿੱਕਰ ਦੇ ਤੌਰ 'ਤੇ ਵੀ ਹੋ ਸਕਦਾ ਹੈ, ਜਿਹਨੂੰ ਅਸੀਂ ਗੱਡੀ ਦੇ ਮੂਹਰੇ ਚਿਪਕਾ ਕੇ ਵੀ ਰੱਖਦੇ ਹਾਂ ਤਾਂ ਕਿ ਦੂਰ ਤੋਂ ਹੀ ਪਤਾ ਲੱਗ ਸਕੇ ਕਿ ਇਹ ਗੱਡੀ ਜਿਹੜੀ ਆ ਸਾਡੇ ਆਪਣੇ ਕਰਮਚਾਰੀ ਦੀ ਆ, ਅਤੇ ਉਸ ਨੂੰ ਮਤਲਬ ਕੀ ਆ ਬਾਰ-ਬਾਰ ਚੈੱਕ ਨਾ ਕਰਨਾ ਪਵੇ ਅਤੇ ਸਮੇਂ ਦੀ ਬੱਚਤ ਹੋ ਸਕੇ। ਅਤੇ ਇਸ ਤੋਂ ਬਾਅਦ ਵਿੱਚ ਆ ਜਾਂਦਾ ਸਮਾਨ ਅੰਦਰ ਬਾਹਰ ਲੈ ਕੇ ਜਾਣ ਵਾਲਾ ਗੇਟ ਪਾਸ, ਸਮਾਨ ਅੰਦਰ ਬਾਹਰ ਲੈ ਕੇ ਜਾਣ ਵਾਲਾ ਗੇਟ ਪਾਸ। ਅਤੇ ਇਹ ਜਿਹੜੇ ਜਾਂ ਫਿਰ ਇਹਨੂੰ ਮਟੀਰੀਅਲ ਗੇਟ ਪਾਸ ਵੀ ਕਹਿ ਦਿੰਦੇ ਨੇ, ਇਨ ਆਊਟ ਕਰਨ ਵਾਸਤੇ। ਇਸ ਤਰ੍ਹਾਂ ਦੀ ਜਿਹੜੀ ਗੇਟ ਪਾਸ ਹੈ ਉਹ ਮਤਲਬ ਜਿੱਥੇ ਸਮਾਨ ਦਾ ਜ਼ਿਆਦਾ ਅੰਦਰ ਬਾਹਰ ਆਦਾਨ ਪ੍ਰਦਾਨ ਹੁੰਦਾ ਹੈ ਉੱਥੇ ਦਿੱਤੇ ਜਾਂਦੇ ਨੇ। ਇਹਨੂੰ ਅਸੀਂ ਗੱਡੀ ਦੀ ਰਾਹਦਾਰੀ ਵੀ ਕਹਿ ਦਿੰਦੇ ਹਾਂ, ਚਲਾਨ ਵੀ ਕਹਿ ਸਕਦੇ ਹਾਂ, ਜਾਂ ਗੇਟ ਪਾਸ ਦੇ ਨਾਂ ਨਾਲ ਵੀ ਇਹਨੂੰ ਜਾਣਿਆ ਜਾਂਦਾ, ਜਿਸ ਨਾਲ ਕਿ ਇਹ ਪਤਾ ਲੱਗ ਸਕੇ ਕਿ ਜਾਂ ਫਿਰ ਇਹ ਪਤਾ ਲੱਗਣ ਵਿੱਚ ਆਸਾਨੀ ਹੋ ਜਾਂਦੀ ਹੈ ਕਿ ਕਿਹੜਾ ਸਮਾਨ ਸਾਡਾ ਬਾਹਰ ਗਿਆ, ਕਿੰਨਾ ਗਿਆ ਆ ਅਤੇ ਕਿੰਨਾ ਸਮਾਨ ਬਾਹਰੋਂ ਅੰਦਰ ਆਇਆ, ਤਾਂ ਕਿ ਇਹ ਸਾਰੇ ਸਮਾਨ ਦੀ ਐਂਟਰੀ ਹੋ ਸਕੇ, ਕਿਉਂਕਿ ਇਹਦੇ ਵਿੱਚ ਜਿਹੜਾ ਚਲਾਨ ਕੱਟਿਆ ਜਾਂਦਾ ਉਹ ਸਮਾਨ ਦੇ ਆਧਾਰ 'ਤੇ ਹੀ ਕੱਟਿਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਵਿੱਚ ਆ ਗਿਆ ਪਹਿਚਾਣ ਪੱਤਰ ਦਾ ਗੁੰਮ ਹੋਣਾ। ਇਹ ਸਭ ਤੋਂ ਲਾਸਟ ਪੁਆਇੰਟ ਹੈ ਸਾਡਾ, ਕਿ ਮੰਨ ਲਈਏ ਹੁਣ ਜਿਹੜੇ ਅਸੀਂ ਜਿੰਨੇ ਵੀ ਪਹਿਚਾਣ ਪੱਤਰਾਂ ਜਾਂ ਪਾਸਾਂ ਦੀ ਗੱਲ ਕੀਤੀ, ਅਗਰ ਕਿਸੇ ਦਾ ਆਈ ਕਾਰਡ ਗੁੰਮ ਹੋ ਜਾਂਦਾ ਤਾਂ ਉਸ ਟਾਈਮ ਕੀ ਹੁੰਦਾ ਕਿ ਪਹਿਚਾਣ ਪੱਤਰ ਜਾਂ ਪਾਸ ਜਿਹੜਾ ਇੱਕ ਵਿਸ਼ੇਸ਼ ਦਸਤਾਵੇਜ਼ ਦੇ ਤੌਰ 'ਤੇ ਜਾਂ ਆਗਿਆ ਪੱਤਰ ਦੇ ਤੌਰ 'ਤੇ ਇਹਨੂੰ ਮੰਨਿਆ ਜਾਂਦਾ ਹੈ। ਹੁਣ ਸਰਕਾਰੀ ਪਹਿਚਾਣ ਪੱਤਰ ਜੇ ਕਿਸੇ ਦਾ ਜਿਵੇਂ ਕਿ ਸਰਕਾਰੀ ਪਹਿਚਾਣ ਪੱਤਰ ਹੈ ਨਾ, ਜੇ ਕਿਸੇ ਸੁਰੱਖਿਆ ਕਰਮਚਾਰੀ ਦਾ ਪਹਿਚਾਣ ਪੱਤਰ ਗੁੰਮ ਹੋ ਜਾਵੇ ਤਾਂ ਉਸ ਸੂਰਤ ਵਿੱਚ ਉਹਨੂੰ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲਾਂ ਉਹਨੂੰ FIR ਲਿਖਾਉਣੀ ਪੈਂਦੀ ਹੈ ਪੁਲਿਸ ਦੇ ਕੋਲ। ਠੀਕ ਹੈ, ਅਤੇ ਪੂਰੀ ਤਫਤੀਸ਼ ਤੋਂ ਬਾਅਦ ਹੀ ਉਹਨੂੰ ਨਵਾਂ ਆਈ ਕਾਰਡ ਇਸ਼ੂ ਕੀਤਾ ਜਾਂਦਾ ਹੈ ਜਾਂ ਦਿੱਤਾ ਜਾਂਦਾ ਹੈ। ਅਤੇ ਜੇ ਇਹੀ ਬਾਇਓਮੈਟ੍ਰਿਕ ਅਤੇ ਗੁਪਤ ਕਾਰਡਾਂ ਦੇ ਗੁੰਮ ਹੋ ਜਾਣ 'ਤੇ ਇਹਨਾਂ ਦੀ ਜਿਹੜੀ ਰਿਪੋਰਟ ਆ ਉਹ ਵੀ ਕਰਾਈ ਜਾਂਦੀ ਹੈ ਉਸ ਕੰਪਨੀ ਨੂੰ, ਉਸ ਅਦਾਰੇ ਨੂੰ, ਉਸ ਹੈੱਡ ਆਫਿਸ ਨੂੰ, ਵੀ ਜਿੱਥੇ ਦੇ ਉਹ ਕੋਡ ਹੁੰਦੇ ਆ ਉਹਨਾਂ ਨੂੰ ਕੀ ਕਰਦੇ ਫਿਰ ਉਹ ਬਲੋਕ ਕਰ ਦਿੰਦੇ ਆ ਉਹਨਾਂ ਕਾਰਡਾਂ ਨੂੰ। ਜਿੱਦਾਂ ਅਸੀਂ ATM ਕਾਰਡ ਸਾਡਾ ਗੁੰਮ ਹੋ ਜਾਵੇ ਤਾਂ ਅਸੀਂ ਬੈਂਕ ਨੂੰ ਇਨਫੋਰਮ ਕਰਦੇ ਹਾਂ ਤਾਂ ਉਹ ਸਾਡਾ ATM ਕਾਰਡ ਬਲੋਕ ਕਰ ਦਿੰਦਾ। ਇਸ ਤਰ੍ਹਾਂ ਹੀ ਜਿਹੜੇ ਬਾਇਓਮੈਟ੍ਰਿਕ ਕਾਰਡ ਹੁੰਦੇ ਆ ਜੇ ਉਹ ਗੁੰਮ ਹੋ ਜਾਣ 'ਤੇ ਉਹਨਾਂ ਨੂੰ ਵੀ ਬਲੋਕ ਕਰਵਾਉਣਾ ਪੈਂਦਾ ਤਾਂ ਕਿ ਇਹਨਾਂ ਦਾ ਕੋਈ ਦੂਸਰਾ ਬੰਦਾ ਦੁਰਵਰਤੋਂ ਨਾ ਕਰ ਸਕੇ। ਸੋ ਬੱਚਿਓ, ਇਹ ਜਿਹੜਾ ਸਾਡਾ ਅੱਜ ਦਾ ਟੌਪਿਕ ਸੀ ਅਹਾਤਿਆਂ ਅਤੇ ਜਾਇਦਾਦ ਦੀ ਸੁਰੱਖਿਆ, ਜਿਹਦੇ ਵਿੱਚ ਅਸੀਂ ਅੱਜ 3 ਸੈਸ਼ਨਾਂ 'ਤੇ ਡਿਸਕਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ, ਉਹ ਸਨ ਚਾਰ ਦੀਵਾਰੀ ਦੀ ਸੁਰੱਖਿਆ ਜਿਹੜੀ ਫਸਟ ਵਿੱਚ ਜਿਹਦੇ ਵਿੱਚ ਅਸੀਂ ਚਾਰ ਦੀਵਾਰੀ ਸੁਰੱਖਿਆ ਵਿੱਚ ਆਪਾਂ ਸੁਰੱਖਿਆ ਦੀਆਂ ਪਰਤਾਂ ਬਾਰੇ ਜਾਣਿਆ। ਉਹ ਤੋਂ ਬਾਅਦ ਪ੍ਰਵੇਸ਼ ਕੰਟਰੋਲ ਬਾਰੇ ਜਾਣਿਆ। ਫਿਰ ਤੀਜਾ ਕੀ ਹੈ, ਜਿਹੜੇ ਸਾਡੇ ਪਹਿਚਾਣ ਪੱਤਰ ਜਾਂ ਅੰਦਰ ਬਾਹਰ ਆਉਣ ਜਾਣ ਵਾਸਤੇ ਜਿਹੜੇ ਸਾਨੂੰ ਟੈਂਪਰੇਰੀ ਤੌਰ 'ਤੇ ਜਾਂ ਸਾਡੇ ਕਰਮਚਾਰੀਆਂ ਨੂੰ ਪੱਕੇ ਤੌਰ 'ਤੇ ਵੀ ਦਿੱਤੇ ਜਾਂਦੇ ਨੇ, ਉਹਨਾਂ ਬਾਰੇ ਜਾਣਕਾਰੀ ਅਸੀਂ ਅੱਜ ਹਾਸਿਲ ਕੀਤੀ ਹੈ। ਉਮੀਦ ਕਰਦਾ ਹਾਂ ਕਿ ਇਸ ਟੌਪਿਕ ਦੇ ਵਿੱਚ ਜੋ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਉਸ ਨਾਲ ਤੁਹਾਡੇ ਗਿਆਨ ਵਿੱਚ ਕਾਫੀ ਹੱਦ ਤੱਕ ਕੁਛ ਨਾ ਕੁਛ ਵਾਧਾ ਹੋਇਆ ਹੋਵੇਗਾ। ਅਤੇ ਇਸ ਦੇ ਨਾਲ ਹੀ ਮੈਂ ਅੱਜ ਦਾ ਆਪਣਾ ਇਹ ਟੌਪਿਕ ਜਿਹੜਾ ਹੈ ਇਹ ਖ਼ਤਮ ਕਰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ।